ਅੰਮ੍ਰਿਤਪਾਲ ਤਾਂ ਵੱਖਰੇ ਸਿੱਖ ਹੋਮਲੈਂਡ ਦੀ ਗੱਲ ਵੀ ਕਰ ਰਿਹਾ ਹੈ। ਕੀ ਤੁਸੀਂ ਨਾਲ ਹੋ? ਮੈਂ ਅੰਮ੍ਰਿਤਪਾਲ ਦੇ ਨਾਲ ਕਈ ਗੱਲਾਂ ਦੇ ਵਿੱਚ ਬਿਲਕੁਲ ਸਹਿਮਤ ਨਹੀਂ ਹੈਗਾ, ਕਿਉਂਕਿ ਦੇਖੋ ਸ਼ਸਤਰਾਂ ਦੇ ਨਾਲ, ਧੱਕੇ ਦੇ ਨਾਲ, ਡਰਾਵੇ ਦੇ ਨਾਲ, ਗਲਤ ਪ੍ਰਚਾਰ ਕਰਕੇ, ਪ੍ਰੋਵੋਕ ਕਰਕੇ, ਹੇਟ ਸਪੀਚ ਕਰਕੇ ਅਗਰ ਕੋਈ ਬੰਦਾ ਕਹੇ ਕਿ ਇਹ ਮੈਂ ਰਿਲੀਜੀਅਸ ਗੱਲ ਕਰ ਰਿਹਾ ਜਾਂ ਮੈਂ ਇਹ ਵੱਖਰੀ ਹੋਮਲੈਂਡ ਦੀ ਗੱਲ ਕਰ ਰਿਹਾ, ਦਿਸ ਇਜ਼ ਟੋਟਲੀ ਰੋਂਗ, ਗਲਤ। ਸਾਡਾ ਦੇਸ਼ ਹੈ ਇਹ, ਅਸੀਂ ਵੱਖਰੇ ਦੇਸ਼ ਦੀ ਕਿਉਂ ਗੱਲ ਕਰੀਏ? ਕਿ ਦੇਸ਼ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ, ਜਿਹਦੀ ਬਾਉਂਡਰੀਜ਼ ਅਫਗਾਨਿਸਤਾਨ ਤੋਂ ਲੈ ਕੇ ਹਰਿਆਣੇ ਤੱਕ ਫੈਲੀਆਂ ਹੋਈਆਂ ਸੀ, ਉਹ ਦੇਸ਼ ਪੰਜਾਬ ਉਹ ਕਹਿੰਦੇ ਆ ਵੀ ਉਹ ਸਿੱਖ ਲੈਂਡ ਹੈ, ਉਹ ਸਿੱਖ ਹੋਮਲੈਂਡ ਹੈ। ਐਗਰੀ, ਮੈਂ ਮੰਨਦਾ ਕਿ ਉਹ ਸਿੱਖ ਹੋਮਲੈਂਡ ਸੀਗਾ, ਹੈਗਾ ਨਹੀਂ, ਉਹ ਸੀਗਾ। ਉਹ ਸੀਗਾ ਤਾਂ ਫਿਰ ਹੁਣ ਜਦੋਂ ਉਹ ਵੱਖ-ਵੱਖ ਕੰਟਰੀਜ਼ ਨੇ ਉਹਨੂੰ ਕਬਜ਼ੇ 'ਚ ਕਰ ਲਿਆ ਹੈਗਾ, ਤੁਸੀਂ ਕਿੱਥੋਂ ਕਿੱਥੋਂ ਛੁਡਾ ਲਓਗੇ? ਪਾਕਿਸਤਾਨ ਤੋਂ ਛੁਡਾ ਲਓ ਫਿਰ ਪਹਿਲਾਂ। ਆਪਾਂ ਪਹਿਲਾਂ ਜੰਗ ਇੱਧਰ ਨੂੰ ਲੜ ਲੈਂਦੇ ਹਾਂ, ਭਾਰਤ ਵੀ ਨਾਲ ਆ ਜਾਊਗਾ ਆਪਣੇ ਵੀ, ਹਾਂ ਤੁਸੀਂ ਕਰ ਲਓ ਕਬਜ਼ਾ ਇੱਧਰੋਂ, ਫਿਰ ਕੋਈ ਗੱਲ ਨਹੀਂ, ਫਿਰ ਤੁਹਾਨੂੰ ਇੱਧਰੋਂ ਵੀ ਦੇ ਦਾਂਗੇ। ਫਿਰ ਕੀ ਆਪਣੇ ਕੋਲ ਹੈ ਕੋਈ? ਇਹ ਐਵੇਂ ਬੋਲਦੇ ਦੀਆਂ ਗੱਲਾਂ ਨੇ। ਤੁਸੀਂ ਹਿਊਮੈਨਿਟੀ ਨੂੰ ਕ੍ਰਸ਼ ਕਰਕੇ ਤੁਸੀਂ ਕਹਿੰਦੇ ਜੀ ਵਾਇਲੈਂਸ ਕਰ ਲਓ, ਵਾਇਲੈਂਸ ਦੇ ਨਾਲ ਕਰ ਲਓ, 4 ਹਿੰਦੂ ਮਾਰ ਦੋਗੇ, ਭੜਕ ਜੂਗਾ ਇੱਥੇ ਪੰਜਾਬ ਤੇ ਅੱਗ ਲੱਗ ਜੂਗੀ ਪੰਜਾਬ ਨੂੰ, ਫਿਰ ਐ ਹੋ ਜੂਗਾ ਜੀ। ਇਹ ਥੋੜ੍ਹੀ ਗੱਲਾਂ ਨਹੀਂ ਹੈ। ਕੇਸ ਦੇਖ ਕੇ ਸਾਨੂੰ ਕਹੋ ਤੁਸੀਂ ਸਿੱਖ ਨਹੀਂ ਹੈਗੇ, ਦਿਸ ਇਜ਼ ਟੋਟਲੀ ਰੋਂਗ, ਇਹ ਗਲਤ ਗੱਲ ਹੈ। ਅਤੇ ਸਾਡੀ ਭਾਵਨਾਵਾਂ ਜਿਹੜੀਆਂ ਨੇ ਤੁਹਾਡੇ ਨਾਲ ਹੋ ਸਕਦਾ ਵੱਧ ਹੀ ਹੋਣ। ਮੈਰਿਜ ਐਕਟ ਦੇ ਵਿੱਚ ਤੁਸੀਂ ਸ਼ਾਦੀ ਕਰਾਉਣੀ ਹੈ, ਤੁਹਾਨੂੰ ਸਿੱਖ ਦੀ ਪਰਿਭਾਸ਼ਾ 'ਚ ਜੋ ਤੁਸੀਂ ਆਉਂਗੇ ਨਹੀਂ ਤਾਂ ਤੁਹਾਡੀ ਕਿੰਨੀ ਕੁ ਵੈਲਿਡ ਹੋਊਗੀ ਉਹ? ਹੁਣ ਕਿਉਂ ਨਹੀਂ ਬੋਲਦੇ ਹੈਗੇ ਆਪਣੇ SGPC ਵਾਲੇ? ਜਦ ਭਗਵੰਤ ਮਾਨ ਜੀ ਨੇ ਕਿਹਾ ਅਸੀਂ ਪੰਜਾਬ ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰ ਦਾਂਗੇ, ਮੈਂ ਤਾਂ ਬੇਨਤੀ ਕੀਤੀ ਸੀ ਕਿ ਸਰਦਾਰ ਭਗਵੰਤ ਮਾਨ ਜੀ ਤੁਸੀਂ ਪਹਿਲੀ ਸ਼ਾਦੀ ਆਪਣੀ ਰਜਿਸਟਰ ਕਰਾ ਕੇ ਦਿਖਾਓ ਸਾਨੂੰ, ਦੇਖਦੇ ਹਾਂ ਵੀ ਇਹ ਬੋਲਦੇ ਆ ਤੁਹਾਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਸਪਾਈਸ ਦੇ ਉੱਤੇ ਤੁਹਾਡਾ ਨਿੱਘਾ ਸਵਾਗਤ ਹੈ। ਦੋਸਤੋ, ਮੈਂ ਕਰਮ ਸਿੱਖ ਅੱਜ ਤੁਹਾਡੇ ਨਾਲ ਰੂਬਰੂ ਹਾਂ ਇੱਕ ਖਾਸ ਵਿਸ਼ੇ ਨੂੰ ਲੈ ਕੇ। ਵਿਸ਼ਾ ਰਾਜਨੀਤੀ ਤੋਂ ਹਟ ਕੇ ਵੀ ਹੈ, ਰਾਜਨੀਤੀ ਨਾਲ ਜੁੜਿਆ ਹੋਇਆ ਵੀ ਹੈ। ਧਰਮ ਮਨੁੱਖ ਦਾ ਬੇਸ਼ੱਕ ਨਿੱਜੀ ਮਾਮਲਾ ਹੈ, ਪਰ ਹਿੰਦੁਸਤਾਨ ਦੇ ਇਤਿਹਾਸ ਨੂੰ ਜੇ ਚੱਕ ਕੇ ਦੇਖੀ ਤਾਂ ਧਰਮ ਰਾਜਨੀਤੀ ਦੇ ਵਿੱਚ ਰਲਗੱਡ ਹੁੰਦਾ ਆ। ਧਰਮ ਨੂੰ ਲੈ ਕੇ ਰਾਜਨੀਤੀ ਹੁੰਦੀ ਆਈ ਹੈ। ਅੱਜ ਵੀ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਲੈ ਕੇ ਰਾਜਨੀਤੀ ਪੂਰੀ ਜ਼ੋਰਾਂ 'ਤੇ ਹੈ। ਇੱਕ ਪਾਸੇ ਨੌਜਵਾਨ ਸਿੱਖ ਆਗੂ ਜੋ ਵਾਰਸ ਪੰਜਾਬ ਜਥੇਬੰਦੀ ਦਾ ਆਗੂ ਆ ਅੰਮ੍ਰਿਤਪਾਲ ਸਿੰਘ, ਉਹ ਗੱਲ ਕਰ ਰਿਹਾ ਵੱਖਰੇ ਹੋਮਲੈਂਡ ਦੀ, ਸਿੱਖਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰ ਰਿਹਾ ਔਰ ਸਿੱਖਾਂ ਨਾਲ ਧੱਕੇ ਦੀ ਗੱਲ ਕਰ ਰਿਹਾ। ਦੂਜੇ ਪਾਸੇ ਬਹੁਤ ਸਾਰੀਆਂ ਜਥੇਬੰਦੀਆਂ ਇਹ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਜੋ ਸਹਿਜਧਾਰੀ ਸਿੱਖ ਨੇ ਉਹਨਾਂ ਦੇ ਵੀ ਅਧਿਕਾਰ ਨੇ, ਉਹ ਵੀ ਸਿੱਖ ਕਹਾਉਣ ਦੇ ਹੱਕਦਾਰ ਨੇ। ਜੇਕਰ ਸਿੱਖ ਦਾ ਮਤਲਬ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੱਖ ਹੋਣ ਤੋਂ ਆ, ਤਾਂ ਸਹਿਜਧਾਰੀ ਸਿੱਖ ਕੌਣ ਨੇ? ਮੋਤੀ ਰਾਮ ਮਹਿਰਾ ਕੌਣ ਸੀ ਜੋ ਕੋਹਲੂ 'ਚ ਪੀੜ ਦਿੱਤੇ ਗਏ? ਟੋਡਰਮੱਲ, ਦੀਵਾਨ ਟੋਡਰਮੱਲ ਕੌਣ ਸੀ? ਉਹਨਾਂ ਨੂੰ ਕਿਸ ਖਾਤੇ ਪਾਉਂਗੇ? ਇਹੋ ਜਿਹੇ ਸਵਾਲਾਂ ਦੇ ਨਾਲ ਰੂਬਰੂ ਹੋਵਾਂਗੇ। ਸਾਡੇ ਨਾਲ ਨੇ ਡਾਕਟਰ ਪਰਮਜੀਤ ਸਿੰਘ ਰਾਣੂ ਜੀ, ਜਿਹੜੇ ਕਿ ਸਹਿਜਧਾਰੀ ਸਿੱਖ ਪਾਰਟੀ ਦੇ ਆਲ ਇੰਡੀਆ ਲੈਵਲ ਦੇ ਜਨਰਲ ਸੈਕਟਰੀ ਨੇ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਜਾਣਨਾ ਚਾਹਾਂਗੇ ਕਿ ਤੁਹਾਡੀ ਆਰਗੇਨਾਈਜੇਸ਼ਨ ਹੈ ਜਿਹੜੀ ਸਹਿਜਧਾਰੀ ਸਿੱਖ ਫੈਡਰੇਸ਼ਨ ਸੀ ਪਹਿਲਾਂ, ਜੋ ਬਾਅਦ ਵਿੱਚ ਸਹਿਜਧਾਰੀ ਸਿੱਖ ਪਾਰਟੀ ਦੇ ਨਾਂ ਦੇ ਉੱਤੇ ਹੋਂਦ 'ਚ ਆਈ ਹੈ, ਕੀ ਮੁੱਖ ਮਕਸਦ ਅਤੇ ਟੀਚੇ ਕੀ ਨੇ? ਦੇਖੋ ਜੀ, ਸੰਨ 2001 ਤੋਂ ਇੱਕ ਵੱਖਰੀ ਸਾਡੇ ਧਰਮ ਦੇ ਵਿੱਚ ਪਾੜਾ ਪਾਉਣ ਦੀ ਗੱਲ ਚੱਲ ਰਹੀ ਹੈ, ਜਿਹਦੇ 'ਚ ਸਹਿਜਧਾਰੀ ਸਿੱਖਾਂ ਨੂੰ ਬਾਹਰ ਕੱਢਣ ਦੀ ਕੋਝੀ ਕੋਸ਼ਿਸ਼ ਸਾਂਪਰਦਾਇਕ ਤਾਕਤਾਂ ਵੱਲੋਂ ਕੀਤੀ ਗਈ, ਕਿਉਂਕਿ ਸਿੱਖ ਧਰਮ ਇੱਕ ਬਹੁਤ ਵੱਡਾ ਵਿਸ਼ਾਲ ਧਰਮ ਹੈ ਔਰ ਸਾਇੰਟੀਫਿਕ ਰਿਲੀਜਨ ਆਫ ਦੀ ਵਰਲਡ ਹੈ, ਔਰ ਇਹਦੀ ਜਿਹੜੀ ਡਿਵੈਲਪਮੈਂਟ ਆ ਉਹਨੂੰ ਦੇਖਦੇ ਹੋਏ ਸਾਂਪਰਦਾਇਕ ਤਾਕਤਾਂ ਇਸ ਤੋਂ ਘਬਰਾਈਆਂ ਹੋਈਆਂ ਸੀ, ਜਿਹਦੇ ਕਰਕੇ ਉਹਨਾਂ ਨੇ ਇਹਨੂੰ ਡਿਲਿਊਟ ਕਰਨ ਲਈ, ਕਮਜ਼ੋਰ ਕਰਨ ਲਈ, ਇਸ ਮਾਈਨੋਰਿਟੀ ਨੂੰ ਹੋਰ ਵੀਕ ਕਰਨ ਲਈ ਇਹਦੇ 'ਚ ਇੱਕ ਨਵੀਂ ਮਾਈਨੋਰਿਟੀ ਪੈਦਾ ਕਰਤੀ, ਔਰ ਉਹ ਹੈ ਸਹਿਜਧਾਰੀ ਸਿੱਖ। ਇੱਕ ਭਰਾ ਮਾਰੂ ਜੰਗ ਜਿਹੜੀ ਹੈ ਉਹਦੇ 'ਚ ਸਾਡੇ ਧਰਮ ਨੂੰ ਸੁੱਟਿਆ। ਸਿਰਫ ਕੁਝ ਲੋਕਾਂ ਨੇ ਆਪਣੇ ਪਰਿਵਾਰ ਨੂੰ ਪ੍ਰਫੁੱਲਿਤ ਕਰਨ ਲਈ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਖਾਤਰ, ਇੱਕ ਪਰਿਵਾਰਵਾਦ ਨੂੰ ਭਾਰੂ ਕਰਨ ਦੀ ਖਾਤਰ ਇਹ ਗੇਮ ਚਲਾਈ ਗਈ, ਜਿਹਦੇ 'ਚ ਅੰਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਦਾ ਪਾੜਾ ਪਾਇਆ ਗਿਆ। ਅਤੇ ਅੱਜ ਮਕਸਦ ਕੀ ਆ? ਆਪਣੀ ਆਰਗੇਨਾਈਜੇਸ਼ਨ ਕੀ ਚਾਹੁੰਦੀ ਹੈ ਵੀ ਜਿਹੜੇ ਸਹਿਜਧਾਰੀ ਸਿੱਖ ਨੇ ਉਹਨਾਂ ਨੂੰ ਸਿੱਖ ਹੋਣ ਦਾ ਅਧਿਕਾਰ ਮਿਲਣਾ ਚਾਹੀਦਾ, ਜਾਂ ਸ਼੍ਰੋਮਣੀ ਕਮੇਟੀ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਖਤਮ ਕਰ ਦਿੱਤਾ ਗਿਆ, ਉਹ ਵੋਟ ਦਾ ਅਧਿਕਾਰ ਲੈਣਾ ਚਾਹੁੰਦੇ ਹੋ ਜਾਂ ਇਸ ਤੋਂ ਵੱਧ ਕੇ ਕੁਛ ਹੋਰ ਹੈ? ਦੇਖੋ, ਸਾਡਾ ਜਿਹੜਾ ਮਸਲਾ ਹੈ ਇਹ ਹੈਗਾ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵਧੀਆ ਪ੍ਰਬੰਧ ਦੇਣਾ ਹੈ, ਔਰ ਉਹਦੇ ਲਈ ਅੱਛੇ ਲੋਕਾਂ ਨੂੰ ਚੁਣ ਕੇ ਭੇਜਣਾ ਹੈ,
ਜਿਹਦੇ ਲਈ ਸਾਡੇ ਕੋਲ ਪਿਛਲੇ 60 ਸਾਲਾਂ ਤੋਂ 1949 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਸਾਨੂੰ ਹੱਕ ਮਿਲ ਗਿਆ ਸੀਗਾ ਵੋਟ ਅਧਿਕਾਰ ਦਾ। ਔਰ ਈਵਨ ਮਤਲਬ ਕਹਿ ਲਓ ਵੀ 2003 ਤੱਕ ਸਹਿਜਧਾਰੀ ਸਿੱਖ ਵੋਟਾਂ ਪਾਉਂਦੇ ਆਏ ਨੇ ਜਦੋਂ ਟੌਹੜਾ ਸਾਹਿਬ ਪ੍ਰਧਾਨ ਬਣਦੇ ਆਏ ਨੇ SGPC ਦੇ। ਅਤੇ ਇਹ ਜਦੋਂ ਸਾਡਾ ਵੋਟ ਦਾ ਹੱਕ ਖਤਮ ਕੀਤਾ ਇਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਦੇ ਰਾਹੀਂ ਹੋਮ ਮਿਨਿਸਟਰੀ ਨੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਜੰਗ ਲੜੀ ਹੈ। ਕਾਨੂੰਨੀ ਤੌਰ 'ਤੇ ਇਹਨੂੰ ਅਸੀਂ 20 ਸਾਲ ਤੋਂ ਲੜਦੇ ਆ ਰਹੇ ਹਾਂ, ਅੱਜ 19 ਸਾਲ ਹੋ ਜਾਣੇ ਆ। ਅਤੇ ਹੁਣ ਇਸ ਲੜਾਈ ਦੇ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ ਕਾਫੀ ਜਗ੍ਹਾ ਵਾਰ, ਲੇਕਿਨ ਸਾਨੂੰ ਔਕੜਾਂ ਇਹ ਸੀ ਕਿ ਪੋਲੀਟੀਕਲ ਪਾਵਰ ਸਾਡੇ ਕੋਲ ਨਾ ਹੋਣ ਕਰਕੇ ਇਹ ਜਿਹੜੀਆਂ ਸ਼ਕਤੀਆਂ ਨੇ ਇਹਨਾਂ ਨੇ ਪਾਰਲੀਮੈਂਟ ਦੇ ਵਿੱਚੋਂ ਅਮੈਂਡਮੈਂਟ ਕਰਾ ਕੇ 2016 ਦੇ ਵਿੱਚ ਸਾਨੂੰ ਫੇਰ ਸਿੱਟਣ ਦੀ ਕੋਸ਼ਿਸ਼ ਕੀਤੀ, ਸਾਡਾ ਹੱਕ ਖੋਇਆ। ਅੱਜ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਨਹੀਂ ਹੈ, ਪਰ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਲਿਬਰਟੀ ਦਿੱਤੀ, ਅਸੀਂ ਉਹਨੂੰ ਦੁਬਾਰਾ ਚੁਣੌਤੀ ਦੇਣ ਵਾਸਤੇ ਸਾਨੂੰ ਕਿਹਾ ਪਾਰਲੀਮੈਂਟ ਨੇ, ਸੁਪਰੀਮ ਕੋਰਟ ਨੇ, ਔਰ ਅੱਜ ਸਾਡਾ ਮਾਮਲਾ ਫਿਰ ਵੀ ਅਦਾਲਤ 'ਚ ਚੱਲ ਰਿਹਾ ਹੈਗਾ। ਸੋ ਸਾਡਾ ਮਕਸਦ ਜਿਹੜਾ ਉਹ ਕੋਈ SGPC ਮੈਂਬਰ ਬਣਨਾ ਜਾਂ ਅਕਾਲ ਤਖਤ ਦੇ ਜਥੇਦਾਰ ਬਣਨਾ ਨਹੀਂ ਹੈ। ਇਹ ਬੜਾ ਰੌਲਾ ਪਾਇਆ ਜਾ ਰਿਹਾ ਕਿ ਜੀ ਫਿਰ ਕੱਲ੍ਹ ਨੂੰ ਤਾਂ ਤੁਸੀਂ ਕੋਨੇ ਮੋਨੇ ਨੂੰ ਤੁਸੀਂ ਬਣਾ ਦੋਗੇ SGPC ਦਾ ਪ੍ਰਧਾਨ, ਜਾਂ ਤੁਸੀਂ ਬਣਾ ਦੋਗੇ ਉਹਨੂੰ ਅਕਾਲ ਤਖਤ ਦਾ ਜਥੇਦਾਰ। ਉਹ ਮੂਰਖੋ, ਅਸੀਂ ਤਾਂ ਸਿੱਧੀ ਜੀ ਗੱਲ ਕਰਦੇ ਹਾਂ। ਅਸੀਂ ਤਾਂ ਕਹਿੰਦੇ ਵੀ ਸਾਨੂੰ ਇਹਨਾਂ ਲੋਕਾਂ ਨੂੰ ਚੁਣਨ ਦਾ ਅਧਿਕਾਰ ਜਿਹੜਾ ਮਿਲਿਆ ਹੋਇਆ ਸੀ ਉਹ ਨਾ ਸਾਡਾ ਖੋਵੋ। ਅਸੀਂ ਤਾਂ ਪੁਰਾਣੇ ਹੱਕ ਨੂੰ ਮੇਨਟੇਨ ਕਰਨ ਦੀ ਗੱਲ ਕਰਦੇ ਹਾਂ, ਅਸੀਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਹੈਗੇ ਇਹਨਾਂ ਕੋਲੋਂ। ਅਸੀਂ ਤਾਂ ਇਹ ਆਪਦਾ ਜਿਹੜਾ ਸਾਡਾ ਹੱਕ ਖੋਇਆ ਇਹਨਾਂ ਨੇ ਉਹਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਹੈ। ਔਰ ਈਵਨ ਜਿਹੜਾ ਸਾਡਾ ਗੁਰਦੁਆਰਾ ਐਕਟ ਹੈ ਉਹਦੇ 'ਚ ਸੈਕਸ਼ਨ 45 ਹੈ ਇੱਕ ਧਾਰਾ, ਉਹਦੇ 'ਚ ਬੜਾ ਸੇਫ ਗਾਰਡ ਕੀਤਾ ਹੋਇਆ, ਔਰ ਉਹਦੇ 'ਚ ਕਲੀਅਰ ਕੱਟ ਹੈ ਕਿ ਜਿਹੜਾ ਅੰਮ੍ਰਿਤ ਛਕੂਗਾ, ਅੰਮ੍ਰਿਤਧਾਰੀ ਸਿੰਘ ਹੋਊਗਾ, ਉਹੀ ਮੈਂਬਰ ਬਣ ਸਕਦਾ। ਜਦ ਮੈਂਬਰ ਅੰਮ੍ਰਿਤਧਾਰੀ ਬਣੂਗਾ ਫਿਰ ਸਾਨੂੰ ਖਤਰਾ ਕਾਹਦਾ ਜੀ। ਇਹ ਕਹਿਣਗੇ ਜੀ SGPC ਦਾ ਤਾਂ ਸਾਨੂੰ ਸਹਿਜਧਾਰੀ ਨੂੰ ਤਾਂ ਨਹੀਂ ਅਸੀਂ ਵੋਟ ਪਾਉਣ ਦਿੰਦੇ ਵੀ ਇਹ ਕਿਤੇ ਕਬਜ਼ੇ ਨਾ ਕਰ ਲੈਣ ਸਾਡੇ ਗੁਰਦੁਆਰੇ ਤੋਂ। ਇੱਕ ਐਗਜ਼ਾਮਪਲ ਦੇ ਦਿਓ ਸਾਨੂੰ, ਇੱਕ ਐਗਜ਼ਾਮਪਲ ਕਿਤੇ ਵੀ ਕੋਈ ਸਹਿਜਧਾਰੀ ਨੇ ਗੁਰਦੁਆਰਾ ਕਾਬਜ਼ ਕੀਤਾ ਹੋਵੇ, ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਬਣਿਆ ਹੋਵੇ ਸਹਿਜਧਾਰੀ, ਜਾਂ ਕਿਤੇ ਕਿਸੇ ਤਖਤ ਦਾ ਜਥੇਦਾਰ ਬਣਿਆ ਹੋਵੇ। ਗੱਲ ਧਰਮ ਦੀ ਜਦੋਂ ਹੁੰਦੀ ਹੈ, ਜਿਵੇਂ ਧਰਮ ਦੇ ਰੂਲ ਨੇ, ਕੁਛ ਧਰਮ ਦੀ ਜੋ ਮਰਿਆਦਾ ਸਿਧਾਂਤ ਨੇ, ਉਹਨਾਂ ਦੇ ਮੁਤਾਬਕ ਇੱਕ ਜਿਹੜਾ ਸਰੂਪ ਆ, ਸਿੱਖੀ ਸਰੂਪ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਸਿੱਖੀ ਸਰੂਪ ਵੀ ਅਹਿਮ ਹੈ? ਬਿਲਕੁਲ, ਤੁਹਾਡਾ ਸਵਾਲ ਬੜਾ ਵਾਜਿਬ ਹੈ, ਪਰ ਇਹ ਜਿਹੜੀ ਗੱਲ ਕਰੀ ਜਾ ਰਹੀ ਹੈ ਸਾਡੇ ਨਾਲ, ਇਹ ਟੋਟਲੀ ਰਾਜਨੀਤਿਕ ਹੈ, ਨਾ ਕਿ ਰਿਲੀਜੀਅਸ ਹੈ। ਰਾਜਨੀਤਿਕ ਕਿਵੇਂ ਆ? ਸਿੰਘ ਖਾਲਸਾ ਹੈ ਔਰ ਅੰਮ੍ਰਿਤਧਾਰੀ ਹੈ, ਪੰਜ ਕਕਾਰੀ ਹੈ, ਅਤੇ ਸਿੱਖ ਜਿਹੜਾ ਨਾਨਕ ਨਾਮ ਲੈਵਾ ਸਾਰੀ ਸੰਗਤ ਜਿਹੜੀ ਉਹ ਸਿੱਖ ਹੈ। ਅਤੇ ਜਿਹੜੇ ਰੂਲਸ ਖਾਲਸੇ ਲਈ ਨੇ ਉਹ ਤਾਂ ਸਿੱਖ ਲਈ ਨਹੀਂ ਹੈਗੇ। ਪਰ ਅਫਸੋਸ ਇਸ ਗੱਲ ਦਾ ਕਿ ਸਾਡੇ ਜਿਹੜੇ ਬੁੱਧੀਜੀਵੀ ਨੇ ਨਾ, ਸਿੱਖ ਬੁੱਧੀਜੀਵੀ, ਇਹ ਆਪਦੇ ਰੂਲ ਆਪ ਬਣਾਉਂਦੇ ਆ। ਸਾਡੇ ਗੁਰੂ ਸਾਹਿਬ ਨੇ ਇਹੋ ਜਿਹੇ ਕੋਈ ਰੂਲ ਨਹੀਂ ਬਣਾਏ ਹੈਗੇ ਜਿਹੜੇ ਰੂਲ ਸਾਡੇ 'ਤੇ ਲਾਗੂ ਕਰਨਾ ਚਾਹੁੰਦੇ ਆ। ਸਾਨੂੰ ਤਾਂ ਕਹਿੰਦੇ ਜੀ ਤੁਸੀਂ ਸਿੱਖ ਹੀ ਨਹੀਂ ਜੇ ਤੁਸੀਂ ਕੇਸ ਨਹੀਂ ਰੱਖਦੇ। ਅਸੀਂ ਹਾਈ ਕੋਰਟ ਦੇ ਵਿੱਚ ਸਾਡੇ ਇੱਕ ਬੱਚੀ ਨੂੰ ਮਾਈਨੋਰਟੀ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਮਿਲ ਗਈ ਸੀ MBBS ਦੇ ਵਿੱਚ, ਗੁਰੂ ਰਾਮਦਾਸ ਮੈਡੀਕਲ ਕਾਲਜ। ਉਹਨੇ ਆਈਬਰੋ ਬਣਾਏ ਸੀਗੇ। ਆਮ ਬੱਚੇ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਘਰਾਂ 'ਚ ਹੁੰਦੀਆਂ ਤਾਂ ਬੱਚੇ ਆਈਬਰੋ ਬਣਾ ਲੈਂਦੇ। ਉਹਨੂੰ ਇਹ ਗੱਲ ਕਹਿ ਕੇ ਕੱਢ ਦਿੱਤਾ ਗਿਆ ਕਿ ਤੇਰੇ ਆਈਬਰੋ ਬਣਾਏ ਹੋਏ ਤੂੰ ਸਿੱਖ ਹੀ ਨਹੀਂ ਹੈਗੀ। ਉੱਥੇ ਕਿਸੇ ਜਥੇਦਾਰ ਦਾ ਬੱਚਾ ਫਿੱਟ ਕਰਨਾ ਸੀਗਾ, ਇਹਨੂੰ ਬਾਹਰ ਕੱਢ ਦਿੱਤਾ। ਸਰ, ਅਸੀਂ ਕੋਟ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੋ ਕੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਜਿਹੜੀਆਂ ਵੀ ਰਹਿਤ ਮਰਿਆਦਾਵਾਂ ਬਣਾਈਆਂ ਗਈਆਂ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੀਆਂ ਨੇ, ਉਹ ਮੈਨ ਮੇਡ SGPC ਦੀਆਂ ਨੇ। SGPC ਸਾਡੇ ਗੁਰੂ ਦੇ ਰੂਲ ਨਹੀਂ ਹੈਗੇ। SGPC ਤਾਂ ਸਿਰਫ ਇੱਕ ਪ੍ਰਬੰਧ ਕਰਨ ਵਾਸਤੇ ਗੁਰਦੁਆਰਿਆਂ ਦੀ ਮੈਨੇਜਿੰਗ ਕਮੇਟੀ ਹੈ, ਉਹਨੂੰ ਕੋਈ ਅਧਿਕਾਰ ਨਹੀਂ ਸਾਡੇ ਰੂਲਸ ਬਣਾਉਣ ਦੀ ਰਿਲੀਜਨ 'ਤੇ। ਰਿਲੀਜਨ ਇਜ਼ ਅਵਰ ਫੇਥ। ਅਸੀਂ ਫੋਲੋ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ 45 ਸ਼ਲੋਕ ਟੋਟਲ 45 ਵਾਰੀ ਕੇਸ ਵਰਡ ਆਇਆ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਸੀਂ 45 ਦੇ 45 ਸ਼ਲੋਕ ਕੋਰਟ 'ਚ ਪੇਸ਼ ਕੀਤੇ ਆ। ਕਿਸੇ 'ਚ ਨਹੀਂ ਲਿਖਿਆ ਕਿ ਕੇਸ ਕੱਟਣ ਵਾਲਾ ਸਿੱਖ ਨਹੀਂ ਰਹਿੰਦਾ ਜਾਂ ਸਿਰਫ ਕੇਸਾਧਾਰੀ ਹੀ ਸਿੱਖ ਹੈ। ਫਿਰ 129 ਵਾਰੀ ਪਤਿਤ ਸ਼ਬਦ ਆਇਆ, ਜਿੱਥੇ ਸਾਨੂੰ ਕਹਿ ਦਿੰਦੇ ਤੁਸੀਂ ਪਤਿਤ ਹੋ, ਜਦ ਕਿ ਅਸੀਂ ਪਤਿਤ ਨਹੀਂ, ਅੰਮ੍ਰਿਤ ਛਕ ਕੇ ਭੰਗ ਕਰਨ ਵਾਲਾ ਪਤਿਤ ਹੁੰਦਾ। ਜਿਹਨੇ ਅੰਮ੍ਰਿਤ ਛਕਿਆ ਨਹੀਂ ਉਹ ਪਤਿਤ ਨਹੀਂ ਹੈਗਾ। ਅਤੇ ਅਸੀਂ 129 ਪਤਿਤ ਦੇ ਜਿਹੜੇ ਸ਼ਲੋਕ ਸੀਗੇ ਉਹ ਵੀ ਪੇਸ਼ ਕੀਤੇ ਆ, ਜਿਹਦੇ 'ਚ ਕਲੀਅਰ ਲਿਖਿਆ ਹੈ, ਕਿਤੇ ਵੀ ਨਹੀਂ ਲਿਖਿਆ ਕਿ ਕੇਸ ਕੱਟਣ ਵਾਲਾ ਪਤਿਤ ਹੋ ਜਾਂਦਾ। ਹੁਣ ਗੱਲ ਇਹ ਹੈ, ਇਹ ਰੂਲਸ ਇਹੀ ਬਣਾ ਰਹੇ ਨੇ ਖਾਲਸਾ ਅਤੇ ਸਿੱਖ ਨੂੰ ਰਲਗੜ ਕਰਕੇ। ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ ਇਹ ਸੰਪਰਦਾਇਕ ਤਾਕਤਾਂ ਦੇ ਹੱਥ ਟੋਕੇ ਬਣ ਰਹੇ ਨੇ। ਅੱਜ ਕਿਸੇ ਵੀ ਤੁਸੀਂ ਸਿੱਖ ਬੁੱਧੀਜੀਵ ਨੂੰ ਗੱਲ ਕਰ ਲਓ, ਉਹ ਕਹੇਗਾ ਜੀ ਕੇਸਾਧਾਰੀ ਹੀ ਸਿੱਖ ਹੈ। ਸਿੱਖ ਤਾਂ ਜੀ ਬਣਨਾ ਪੈਂਦਾ। ਆ ਮੈਂ ਲਫ਼ਜ਼ ਦੁਬਾਰਾ ਦੁਹਰਾ ਰਿਹਾ ਤੁਹਾਡੇ ਚੈਨਲ 'ਤੇ ਕਿ ਜਿੰਨੇ ਸਿੱਖ ਬੁੱਧੀਜੀਵੀ ਨੇ ਉਹਨਾਂ ਨੂੰ ਮੇਰਾ ਸਵਾਲ ਹੈ, ਉਹ ਕਹਿੰਦੇ ਆ ਕਿ ਸਿੱਖ ਤੁਹਾਨੂੰ ਬਣਨਾ ਪੈਂਦਾ। ਮੇਰਾ ਸਵਾਲ ਇਹ ਹੈ, ਹਿੰਦੂ ਘਰ ਪੈਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਮੁਸਲਿਮ ਹੈ, ਈਸਾਈ ਘਰ ਪੈਦਾ ਈਸਾਈ ਹੈ, ਬੋਧੀ ਘਰ ਪੈਦਾ ਬੋਧੀ ਹੈ, ਅਤੇ ਸਿੱਖ ਘਰ ਪੈਦਾ ਕੀ ਹੋਇਆ?
ਜੇ ਉਹ ਸਿੱਖ ਘਰ ਪੈਦਾ ਸਿੱਖ ਨਹੀਂ ਹੈ ਤਾਂ ਫਿਰ ਉਹ ਕੀ ਹੈ? ਸਿੱਖ ਤਾਂ ਉਹ ਹੈਗਾ। ਜਵਾਬ ਇਹਦਾ ਇਹ ਹੈ, ਸਿੱਖ ਤਾਂ ਉਹ ਹੈਗਾ, ਖਾਲਸਾ ਉਹਨੂੰ ਬਣਨਾ ਪਏਗਾ, ਸਿੰਘ ਉਹਨੂੰ ਸਜਣਾ ਪਏਗਾ, ਅੰਮ੍ਰਿਤ ਉਹਨੂੰ ਛਕਣਾ ਪਏਗਾ। ਮੈਂ ਅੰਮ੍ਰਿਤਧਾਰੀਆਂ ਦਾ ਬਹੁਤ ਸਤਿਕਾਰ ਕਰਦਾ। ਮੇਰੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਅੰਮ੍ਰਿਤਧਾਰੀ ਸੀਗੇ। ਮੇਰੇ ਪਿਤਾ ਜੀ ਫੌਜ 'ਚ ਸੀਗੇ, ਇਸ ਕਰਕੇ ਉਹ ਕਟਿੰਗ ਕਰਦੇ ਸੀਗੇ, ਪੱਗ ਜ਼ਰੂਰ ਬੰਨ੍ਹਦੇ ਸੀ, ਦਸਤਾਰ, ਮੈਂ ਵੀ ਦਸਤਾਰ ਬੰਨ੍ਹਦਾ। ਅਸੀਂ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਹਾਂ। ਅੱਜ ਲਗਭਗ 85% ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ ਸਹਿਜਧਾਰੀਆਂ ਦੀ ਹੈ। ਗੁਰਸਿੱਖ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਉਹ 15% ਨੇ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਵਾਰਿਸ ਪੰਜਾਬ ਜਾਂ ਹੋਰ ਕੋਈ ਵੀ ਜਥੇਬੰਦੀ ਦੀ ਇਸ ਗੱਲ ਨੂੰ ਸੁਣਦੇ ਹਾਂ ਕਿ ਉਹ ਅੰਮ੍ਰਿਤ ਸੰਚਾਰ ਕਰਕੇ ਖਾਲਸੇ ਦਾ ਰੂਪ ਜਿਹੜਾ ਉਹਨੂੰ ਵਧਾਉਣਾ ਚਾਹੁੰਦੇ ਆ। ਅਸੀਂ ਉਹਨਾਂ ਦੇ ਨਾਲ ਆ। ਉਹਨਾਂ ਨੂੰ ਵੀ ਮੇਰਾ ਸਵਾਲ ਆ, ਤੁਸੀਂ ਦੱਸੋ ਕਿ ਕੋਈ ਹਿੰਦੂ ਜਾਂ ਮੁਸਲਿਮ ਜਾਂ ਈਸਾਈ ਤੁਹਾਡਾ ਅੰਮ੍ਰਿਤ ਛਕੂ? ਅੰਮ੍ਰਿਤ ਕੌਣ ਛਕੂਗਾ? ਜਿਹਦੇ ਅੰਦਰ ਸਿੱਖੀ ਦੀ ਭਾਵਨਾ, ਉਹ ਕੌਣ ਆ? ਉਹ ਸਹਿਜਧਾਰੀ ਆ। ਪਹਿਲਾਂ ਅੰਮ੍ਰਿਤਪਾਲ ਵੀ ਸਹਿਜਧਾਰੀ ਸੀ, ਫਿਰ ਉਹ ਖਾਲਸਾ ਬਣਿਆ। ਅਤੇ ਅੱਜ ਅਸੀਂ ਅਗਰ ਸਹਿਜਧਾਰੀ ਹਾਂ, ਕੱਲ੍ਹ ਨੂੰ ਸਾਡੇ 'ਚ ਹੀ ਅੰਮ੍ਰਿਤ ਛਕਣਗੇ, ਆਪਣੀ ਕੌਮ 'ਚ ਹੀ ਅੰਮ੍ਰਿਤ ਛਕਣਗੇ ਨਾ। ਬਾਹਰੋਂ ਤਾਂ ਕਿਸੇ ਨੇ ਆਉਣਾ ਨਹੀਂ ਅੰਮ੍ਰਿਤ ਛਕਣ ਵਾਸਤੇ। ਤੁਹਾਡੀ ਡਰ, ਹੁਣ ਤੁਸੀਂ ਡਰ ਦਾ ਸਵਾਲ ਕੀਤਾ, ਡਰ ਇੱਕੋ ਹੀ ਹੈ ਕਿ ਸ਼੍ਰੋਮਣੀ ਕਮੇਟੀ ਨਾਲ ਸਾਡੇ ਤੋਂ ਖੁੱਸ ਜੇ, ਗੁਰਦੁਆਰਿਆਂ ਦੇ ਕੰਟਰੋਲ ਨਾਲ ਸਾਡੇ ਤੋਂ ਖੁੱਸ ਜਾਣ, ਗੋਲਕ ਜਿਹੜੀ ਆ ਉਹ ਸਾਡੇ ਹੱਥੋਂ ਨਾ ਚਲੀ ਜਾਵੇ। ਇਹੀ ਡਰ ਹੈ। ਵਿਦੇਸ਼ਾਂ ਦੇ ਵਿੱਚ NRI ਨੇ, ਕਿੰਨੇ ਕੁ ਅੰਮ੍ਰਿਤਧਾਰੀ ਨੇ ਉਹਨਾਂ 'ਚ? ਉਹ ਸਾਡੇ ਵਰਗੇ ਨੇ, ਤੁਹਾਡੇ ਵਰਗੇ ਨੇ, ਔਰ ਉਹ ਕਿਰਤ ਕਰਦੇ ਆ, ਵੰਡ ਛਕਦੇ ਆ ਅਤੇ ਆਪਣਾ ਦਸਵੰਧ ਵੀ ਕੱਢਦੇ ਆ, ਠੀਕ ਹੈ ਨਾ। ਔਰ ਗੁਰੂ ਦੀ ਸਾਰੀ ਜਿਹੜੀ ਕਹਿ ਲਓ ਜੋ ਪ੍ਰਿੰਸੀਪਲਸ ਨੇ ਉਹਨੂੰ ਫੋਲੋ ਕਰਦੇ ਨੇ। ਅਗਰ ਉਹਨਾਂ ਨੇ ਆਪਣੇ ਕਿੱਤੇ ਦੇ ਅਨੁਸਾਰ ਕਿਸੇ ਨੇ ਰਹਿਤ ਨਹੀਂ ਰੱਖੀ ਤਾਂ ਤੁਸੀਂ ਉਹਦੀ ਜਿਹੜੀ ਹੈਗੀ ਆ ਸਿੱਖ ਦੀ ਪਰਿਭਾਸ਼ਾ 'ਚ ਉਹਨੂੰ ਕੱਢ ਦੋਗੇ। ਟੋਟਲੀ ਰੋਂਗ, ਗਲਤ ਗੱਲ ਹੈ। ਅੱਜ ਹੁਣ ਆਨੰਦ ਮੈਰਿਜ ਐਕਟ ਬਣਾ ਲਿਆ ਇਹਨਾਂ ਨੇ। ਆਨੰਦ ਮੈਰਿਜ ਐਕਟ ਦੇ ਵਿੱਚ ਮੇਰਾ ਸਵਾਲ ਇਹਨਾਂ ਨੂੰ ਇਹ ਸੀ ਕਿ ਤੁਸੀਂ ਸਿੱਖ ਕਿਹਨੂੰ ਮੰਨਦੇ ਹੋ? ਜਦ ਤੁਸੀਂ ਸਾਨੂੰ ਸਿੱਖ ਹੀ ਨਹੀਂ ਮੰਨਦੇ, ਜਦ ਬੀਬੀ ਨੇ ਜਿਹਦਾ ਆਨੰਦ ਕਾਰਜ ਹੋਣੇ ਆ ਉਹ ਤਾਂ ਬਿਊਟੀ ਪਾਰਲਰ ਜਾ ਕੇ ਆਉਂਦੀ ਆ, ਅਤੇ ਮੁੰਡੇ ਵੀ ਤਕਰੀਬਨ ਜਿਹੜੇ NRI ਵੀਰ ਸਾਡੇ ਆਉਂਦੇ ਆ ਉਹ ਤਾਂ ਨਾਈ ਵੀ ਨਾਲ ਲਿਆਉਂਦੇ। ਅੱਜ ਵੀ ਆਨੰਦ ਕਾਰਜ ਹੋਏ ਨਹੀਂ ਅਤੇ ਆਪਾਂ ਉਹਦੇ ਬਾਅਦ ਸ਼ੇਵ ਕਰਕੇ ਬੈਠਣਾ। ਸੋ ਇਹ ਜਿਹੜੇ ਗੱਲਾਂ ਨੇ ਇਹ ਬੜੇ ਵੱਡੇ ਸਵਾਲ ਨੇ। ਸਾਡੀ ਕੌਮ ਨੂੰ ਕਮਜ਼ੋਰ ਕਰਨ ਦੀ ਖਾਤਰ ਇਹ ਤਾਕਤਾਂ ਨੇ ਜਿਹੜੀਆਂ ਅੰਮ੍ਰਿਤਧਾਰੀ ਅਤੇ ਸਹਿਜਧਾਰੀ 'ਚ ਪਾੜਾ ਪਾ ਰਹੀਆਂ ਨੇ। ਅਦਰਵਾਈਜ਼ ਨਾ ਸਹਿਜਧਾਰੀ ਦੀ ਲੋੜ ਹੈ, ਸਿਰਫ ਸਿੱਖ ਅਤੇ ਖਾਲਸਾ, ਸਿੱਖ ਅਤੇ ਸਿੰਘ, ਦੋ ਹੀ ਕਮਿਊਨਿਟੀਜ਼। ਰਾਜਨੀਤੀ ਬਾਰੇ ਅਕਸਰ ਗੱਲ ਆਉਂਦੀ ਹੈ, ਅੱਜ ਵੀ ਪੰਜਾਬ 'ਚ ਇਹ ਗੱਲ ਹੋ ਰਹੀ ਹੈ ਕਿ ਭਾਜਪਾ ਕਿਉਂਕਿ ਆਪਦਾ ਰਾਜਨੀਤਿਕ ਜ਼ਮੀਨ ਗਵਾ ਚੁੱਕੀ ਆ ਪੰਜਾਬ 'ਚੋਂ, ਇਸ ਲਈ ਅੰਮ੍ਰਿਤਪਾਲ ਨੂੰ ਲਿਆਂਦਾ ਗਿਆ। ਬਹੁਤ ਸਾਰੇ ਬੁੱਧੀਜੀਵੀ ਇਹ ਕਹਿ ਰਹੇ ਆ ਅੰਮ੍ਰਿਤਪਾਲ ਨੂੰ ਲਿਆਂਦਾ ਗਿਆ। ਨਾਲ ਦੀ ਨਾਲ ਸਵਾਲ ਇਹ ਵੀ ਆਉਂਦਾ ਕਿ ਜਦੋਂ ਸਹਿਜਧਾਰੀ ਸਿੱਖਾਂ ਦੀ ਵੋਟ ਕੱਟੀ ਜਾਂਦੀ ਹੈ ਜਾਂ ਉਹਨਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕੀਤਾ ਜਾਂਦਾ, ਉਦੋਂ ਸੈਂਟਰ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਣੀ ਸੀ ਜੀ, ਬਿਲਕੁਲ ਵਾਜਪੇਈ ਸਾਹਿਬ ਸੀ, ਔਰ ਉਦੋਂ ਫੈਸਲੇ ਕਰਾਏ ਜਾਂਦੇ ਆ ਸ਼੍ਰੋਮਣੀ ਕਮੇਟੀ ਜਦੋਂ ਇਹ ਜੁਆਇੰਟ ਹੋ ਕੇ ਅਕਾਲੀ ਦਲ ਨਾਲ ਚੱਲਦੀ ਸੀ। ਕੀ ਇਹ ਜਿਹੜਾ ਪੱਤਾ ਖੇਡਿਆ ਗਿਆ ਸਹਿਜਧਾਰੀਆਂ ਨੂੰ ਸਿੱਖਾਂ ਤੋਂ ਅਲੱਗ ਕਰਨ ਲਈ, ਕੀ ਇਹਦੇ ਪਿੱਛੇ ਭਾਜਪਾ ਨਹੀਂ ਤੁਹਾਨੂੰ ਲੱਗਦਾ ਹੈ? ਦੇਖੋ, ਭਾਰਤੀ ਜਨਤਾ ਪਾਰਟੀ ਦੀ ਹਾਇਰ ਲੀਡਰਸ਼ਿਪ ਨਾਲ ਮੇਰੀ ਗੱਲ ਹੋਈ ਹੈ। ਅੱਜ ਗੱਲ ਕੁਛ ਹੋਰ ਕਰਦੇ ਨੇ। ਅੱਜ ਤੋਂ ਕਿਸਾਨ ਅੰਦੋਲਨ ਤੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ ਸੀ ਉਹ ਕੁਛ ਹੋਰ ਸੀ। ਕਿਸਾਨ ਅੰਦੋਲਨ ਤੋਂ ਪਹਿਲਾਂ ਅਸੀਂ ਉਹਨਾਂ ਨੂੰ 2016 'ਚ ਜਦੋਂ ਅਮੈਂਡਮੈਂਟ ਲਿਆਂਦੀ ਗਈ, ਉਸ ਟਾਈਮ 'ਤੇ ਮੈਂ ਚਿੱਠੀਆਂ ਵੀ ਲਿਖੀਆਂ, ਮੇਰਾ ਰਿਕਾਰਡ ਬੋਲਦਾ ਉੱਥੇ ਹੋਮ ਮਿਨਿਸਟਰੀ ਦੇ ਆਫਿਸ ਦੇ ਵਿੱਚ, ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਕਿਉਂ? ਕਿਉਂਕਿ ਬਾਦਲ ਸਾਹਿਬ ਦੇ ਨਾਲ ਇਹਨਾਂ ਦੀ ਸਾਂਝ ਸੀ। ਉਦੋਂ ਬਾਦਲ ਸਾਹਿਬ ਜੋ ਕਹਿੰਦੇ ਸੀ ਉਹੀ ਕਰ ਦਿੰਦੇ ਸੀ। ਬਾਦਲ ਸਾਹਿਬ ਦੇ ਕਹਿਣ 'ਤੇ ਹੀ ਸਾਨੂੰ ਸਹਿਜਧਾਰੀ ਨੂੰ ਬਾਹਰ ਕੱਢਿਆ ਗਿਆ, ਚਾਹੇ ਉਹ ਅਡਵਾਨੀ ਵੇਲੇ ਕੀਤਾ ਗਿਆ, ਚਾਹੇ ਉਹਦੇ ਪਿੱਛੇ ਇਹਨਾਂ ਨੂੰ ਆਪਣਾ ਵੀ ਮਫਾਦ ਦੱਸਿਆ ਵੀ ਸਹਿਜਧਾਰੀ ਜਿਹੜੇ ਨੇ ਜਾਂ ਹਿੰਦੂ ਨੇ ਜਿਹੜੇ ਉਹ ਗੁਰੂ ਸਾਹਿਬ ਦੇ ਲੜ ਲੱਗਦੇ ਜਾ ਰਹੇ ਨੇ ਅਤੇ ਇਹ ਕਿਤੇ ਕਨਵਰਟ ਹੀ ਨਾ ਹੁੰਦੇ ਜਾਣ। ਕਿਉਂਕਿ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਸਾਡੇ ਜਿਹੜੇ ਹਿੰਦੂ ਫੈਮਲੀਜ਼ ਨੇ ਉਹ ਕਿਸਤਧਾਰੀ ਹੋ ਗਏ ਨੇ ਜਾਂ ਸਿੱਖ ਬਣ ਗਏ ਨੇ ਤਕਰੀਬਨ ਆਲਮੋਸਟ। ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਆਪਣੇ ਗਮੀ ਖੁਸ਼ੀ ਦੇ ਵਿੱਚ, ਆਨੰਦ ਕਾਰਜ ਵੀ ਕਰਾਉਂਦੇ ਆ, ਮਰਗ ਸਮੇਂ ਵੀ ਉਹ ਜਿਹੜਾ ਹੈਗਾ ਪਾਠ ਕਰਾਉਂਦੇ ਨੇ। ਸੋ ਕਹਿਣ ਤੋਂ ਭਾਵ ਇਹ ਜਿਹੜੀ ਹੁਣ ਵਾਲੀ ਇਸ ਵੇਲੇ ਦੀ ਜਿਹੜੀ ਸਿਚੁਏਸ਼ਨ ਹੈ, ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਕੁਛ ਹੋਰ ਆ। ਇਸ ਵੇਲੇ ਉਹ ਮਹਿਸੂਸ ਕਰਦੇ ਨੇ ਕਿ ਜੀ ਇਹ ਸਾਡੇ ਤੋਂ ਗਲਤੀ ਹੋ ਗਈ ਜਿਹੜੀ ਉਸ ਵੇਲੇ ਅਮੈਂਡਮੈਂਟ ਕਰਾਤੀ, ਅਸੀਂ ਇਹਨਾਂ ਦੇ ਕਹਿਣ 'ਤੇ ਕਰਤੀ। ਹੁਣ ਇਹਨਾਂ ਦੇ ਜਿਹੜੇ ਘੱਟ ਗਿਣਤੀ ਦੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਇਕਬਾਲ ਸਿੰਘ ਲਾਲਪੁਰਾ ਜੀ, ਉਹਨਾਂ ਦੀ ਵੀ ਸਟੇਟਮੈਂਟ ਆਈ ਕਿ ਜੀ ਸਿੱਖਾਂ ਦੀ ਘਟ ਰਹੀ ਆਬਾਦੀ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ। ਆਬਾਦੀ ਤਾਂ ਤੁਸੀਂ ਖੁਦ ਘਟਾਤੀ। ਟੈਕਨੀਕਲੀ ਅੱਜ ਜੇਕਰ ਤੁਸੀਂ ਦੇਖੋ
ਤਾਂ ਅਸੀਂ ਸਿੱਖ ਹੀ ਨਹੀਂ ਹੈਗੇ। ਜੇ ਅਸੀਂ ਸਿੱਖ ਨਹੀਂ, ਅਸੀਂ ਲਿਖੀ ਜ਼ਰੂਰ ਫਿਰਦੇ ਹਾਂ। ਮੈਂ ਆਪਣੇ ਨਾਮ ਦੇ ਨਾਲ ਸਿੰਘ ਵੀ ਲਿਖੀ ਫਿਰਦਾ, ਕਿਉਂਕਿ ਮੇਰੇ ਮਾਂ-ਬਾਪ ਨੇ ਮੇਰਾ ਨਾਮ ਸਿੰਘ ਰੱਖਤਾ, ਪਰਮਜੀਤ ਸਿੰਘ ਰਾਣੂ। ਦਰਅਸਲ ਉਹੀ ਗੱਲ ਆ ਜਾਂਦੀ ਵੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੁੰਦਾ। ਕਈ ਵਾਰ ਲੀਡਰ ਕਹਿੰਦੇ ਕੁਝ ਹੋਰ ਹੁੰਦੇ ਆ, ਕਰਨਾ ਕੁਝ ਹੋਰ ਚਾਹੁੰਦੇ ਹੁੰਦੇ ਆ। ਜਿਵੇਂ ਤੁਸੀਂ ਹੁਣ ਗੱਲ ਕੀਤੀ ਆ, ਲਾਲਪੁਰਾ ਸਾਹਿਬ ਨੂੰ ਕੋਟ ਕੀਤਾ ਤੁਸੀਂ, ਕਿ ਪੰਜਾਬ 'ਚ ਵੀ ਸਿੱਖ ਘੱਟ ਗਿਣਤੀ 'ਚ ਆ ਰਹੇ ਆ। ਬਿਲਕੁਲ। ਜੇ ਜਿਹੜਾ ਭਾਜਪਾ ਦੇ ਟਾਈਮ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇਹ ਨੋਟੀਫਿਕੇਸ਼ਨ ਕੀਤੀ ਆ, ਸਹਿਜਧਾਰੀ ਸਿੱਖਾਂ ਨੂੰ ਸਿੱਖੀ ਤੋਂ ਮਨ੍ਹਾ ਕੀਤਾ ਵੀ ਨਹੀਂ ਸਿੱਖ ਹੈਗੇ, ਕੀ ਲੱਗਦਾ ਨਹੀਂ ਹੁਣ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਆ ਕਿ ਵਾਕਈ ਇਹ ਭਾਜਪਾ ਦੇ ਹੱਕ 'ਚ ਭੁਗਤ ਰਹੀ ਹੈ ਗੱਲ? ਦੇਖੋ, ਇਹਦੇ 'ਚ ਮੈਂ ਇਕੱਲੀ ਭਾਜਪਾ ਦੀ ਗੱਲ ਨਹੀਂ ਕਰਦਾ, ਮੈਂ ਵੈਸੇ ਜਨਰਲ ਵੀ ਗੱਲ ਕਰਦਾ ਕਿ ਜਨਰਲ ਜੇ ਅਸੀਂ ਗੱਲ ਕਰੀਏ, ਅਸੀਂ ਗਰਾਊਂਡ 'ਤੇ ਆ ਜਾਓ, ਤੁਸੀਂ ਕਿਸੇ ਪਾਸੇ ਵੀ ਚਲੇ ਜਾਓ, ਤੁਰਦੇ ਤੁਰਦੇ 100 ਬੰਦੇ ਦੀ ਗਿਣਤੀ ਕਰ ਲਿਓ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਖੜ੍ਹ ਕੇ, ਵੀ 100 ਬੰਦਿਆਂ ਤੋਂ ਜਿਹੜੇ ਅੰਦਰ ਗਏ ਨੇ ਮੱਥਾ ਟੇਕਣ, ਤਾਂ ਉਹਨਾਂ 'ਚੋਂ ਕਿੰਨੇ ਸੀਗੇ ਜਿਹੜੇ ਅੰਮ੍ਰਿਤਧਾਰੀ ਸੀ, ਕਿੰਨੇ ਸੀਗੇ ਜਿਹੜੇ ਸਹਿਜਧਾਰੀ ਨੇ, ਤੁਹਾਨੂੰ ਆਪ ਪਤਾ ਲੱਗ ਜਾਊ। ਦੇਖੋ, ਸਿੱਖ ਜਿਹੜਾ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂਆਂ ਅਤੇ ਨਾਲ ਉਹਦਾ ਕੋਈ ਹੋਰ ਧਰਮ ਨਾ ਹੋਵੇ, ਉਹ ਸਿੱਖ ਹੈ। ਇਹ ਪਰਿਭਾਸ਼ਾ ਸਿੱਖ ਦੀ ਜਿਹੜੀ ਗੁਰਦੁਆਰਾ ਐਕਟ ਦੇ ਵਿੱਚ ਹੈ। ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਉਹ ਖਾਲਸਾ ਸਿੰਘ ਹੈ, ਜਿਹੜੇ ਸਿੱਖ ਨੇ। ਅਤੇ ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ ਉਹ ਸਾਰੇ ਸਹਿਜਧਾਰੀ ਨੇ। ਬਰੋਡਰ ਜਿਹੜੀ ਇਹਦੀ ਡੈਫੀਨੇਸ਼ਨ ਉਹ ਇਹੀ ਹੈ। ਔਰ ਅੱਜ ਜੇ ਤੁਸੀਂ ਸਾਨੂੰ ਪਤਿਤ ਕਹੋਗੇ, ਪਤਿਤ ਤਾਂ ਇੱਕ ਡੈਰੋਗੇਟਰੀ ਵਰਡ ਹੈ। ਪਤਿਤ ਦਾ ਮਤਲਬ ਹੁੰਦਾ ਜਾਤ ਧਰਮ 'ਚੋਂ ਕੱਢਿਆ ਹੋਇਆ, ਤਾਂ ਫਿਰ ਤਾਂ ਅਸੀਂ ਆਊਟ ਹੋ ਗਏ। ਪਤਿਤ ਨਾਲ ਤਾਂ ਅਸੀਂ ਆਊਟ ਹੋ ਗਏ। ਅਸੀਂ ਪਤਿਤ ਨਹੀਂ ਹੈਗੇ। ਜਿਹੜੀ ਰਹਿਤ ਮਰਿਆਦਾ ਵੀ 1936 'ਚ ਬਣੀ ਹੈ, ਇਹ ਰਾਜਨੀਤੀ ਅੱਜ ਦੀ ਨਹੀਂ ਚੱਲ ਰਹੀ। ਹੁਣ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਤੁਸੀਂ ਖਾਲਿਸਤਾਨ ਦੀ ਗੱਲ ਸੁਣ ਰਹੇ ਹੋ, ਇਹ ਖਾਲਿਸਤਾਨ ਦੀ ਗੱਲ ਨਹੀਂ ਸੀਗੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਟਾਈਮ 'ਤੇ ਸਿੱਖਸਤਾਨ ਦੀ ਗੱਲ ਸੀਗੀ ਕਿ ਸਿੱਖਾਂ ਦਾ ਵੱਖਰਾ ਸਥਾਨ ਹੋਵੇ। ਉਦੋਂ ਇਹ ਰਾਜਨੀਤੀ ਨਹੀਂ ਸੀਗੀ। ਪਰ 1970 'ਚ ਹੌਲੀ ਹੌਲੀ ਆਉਂਦੀ ਇਹ ਗੱਲ ਜਿਹੜੀ ਹੈ ਸਿੱਖਸਤਾਨ ਦੀ ਜਗ੍ਹਾ 'ਤੇ ਟਵਿਸਟ ਕਰਕੇ ਖਾਲਿਸਤਾਨ ਬਣ ਗਈ। ਔਰ 1990 ਤੱਕ ਇਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਵੀ ਕੀ ਹਾਲ ਹੋਇਆ। ਸੋ ਅੱਜ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਦੀ ਗੱਲ ਵੀ ਚੱਲ ਰਹੀ ਹੈ, ਉੱਥੇ ਵੀ ਅਸੀਂ ਇਹਨਾਂ ਨੂੰ ਇੱਕ ਸਵਾਲ ਕਰਦੇ ਹਾਂ ਕਿ ਜਿਹੜੇ ਸਾਡੇ ਵਰਗੇ ਸਿੱਖ ਨੇ ਉਹ ਕਿਉਂ ਪੂੰਛਾਂ ਚੱਕੀ ਫਿਰਦੇ ਨੇ ਬਈ? ਤੁਹਾਨੂੰ ਤਾਂ ਉਹ ਸਿੱਖ ਹੀ ਨਹੀਂ ਮੰਨਦੇ, ਉਹ ਤਾਂ ਖਾਲਿਸਤਾਨ ਦੀ ਗੱਲ ਤੁਹਾਨੂੰ ਕਰਦੇ। ਸਿੱਖ ਮੰਨ ਲੈਂਦੇ ਆ, ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਅੰਮ੍ਰਿਤਪਾਲ ਦੇ ਨਾਲ ਆ। ਅੰਮ੍ਰਿਤਪਾਲ ਤਾਂ ਵੱਖਰੇ ਸਿੱਖ ਹੋਮਲੈਂਡ ਦੀ ਗੱਲ ਵੀ ਕਰ ਰਿਹਾ, ਕੀ ਤੁਸੀਂ ਨਾਲ ਹੋ? ਮੈਂ ਅੰਮ੍ਰਿਤਪਾਲ ਦੇ ਨਾਲ ਕਈ ਗੱਲਾਂ ਦੇ ਵਿੱਚ ਬਿਲਕੁਲ ਸਹਿਮਤ ਨਹੀਂ ਹੈਗਾ, ਕਿਉਂਕਿ ਦੇਖੋ, ਸ਼ਸਤਰਾਂ ਦੇ ਨਾਲ, ਧੱਕੇ ਦੇ ਨਾਲ, ਡਰਾਵੇ ਦੇ ਨਾਲ, ਗਲਤ ਪ੍ਰਚਾਰ ਕਰਕੇ, ਪ੍ਰਵੋਕ ਕਰਕੇ, ਹੇਟ ਸਪੀਚ ਕਰਕੇ ਅਗਰ ਕੋਈ ਬੰਦਾ ਕਹੇ ਕਿ ਇਹ ਮੈਂ ਰਿਲੀਜੀਅਸ ਗੱਲ ਕਰ ਰਿਹਾ ਜਾਂ ਮੈਂ ਇਹ ਵੱਖਰੀ ਹੋਮਲੈਂਡ ਦੀ ਗੱਲ ਕਰਦਾ, ਇਸ ਟੋਟਲੀ ਰੋਂਗ, ਗਲਤ ਹੈ। ਸਾਡਾ ਦੇਸ਼ ਹੈ ਇਹ, ਅਸੀਂ ਵੱਖਰੇ ਦੇਸ਼ ਦੀ ਕਿਉਂ ਗੱਲ ਕਰੀਏ? ਅਸੀਂ ਹਾਂ ਆਪਣੀ ਸਟੇਟ ਦੇ ਵਿੱਚ ਕੋਈ ਪ੍ਰੋਬਲਮ ਹੈ, ਸਟੇਟਹੁੱਡ ਦੀ ਗੱਲ ਕਰਦੇ ਹਾਂ, ਉਹ ਅਸੀਂ ਪਾਵਰਸ ਲੈਣ ਜਾਣਦੇ ਹਾਂ। ਸਾਨੂੰ ਚਾਹੀਦਾ ਵੀ ਉਸ ਹਿਸਾਬ ਨਾਲ ਤੁਸੀਂ ਸਰਕਾਰ ਇੱਥੋਂ ਦੇ ਲੋਕਾਂ ਦੀ ਬਣਾਓ। ਤੁਸੀਂ ਕਿਉਂ ਦਿੱਲੀ ਤੋਂ ਚਲਾਉਂਦੇ ਹੋ ਸਰਕਾਰ? ਤੁਸੀਂ ਜਦੋਂ ਗੁਲਾਮੀ 'ਚ ਜਾ ਕੇ ਮੱਥਾ ਟੇਕਦੇ ਨੇ ਉਹਨਾਂ ਦੇ ਮੂਹਰੇ ਪੱਗਾਂ ਵਾਲੇ ਤੋਂ ਜਾ ਕੇ ਸਿਰ ਧਰ ਲੈਂਦੇ ਹੋ ਤੁਸੀਂ ਜਾ ਕੇ ਦਿੱਲੀ ਵਾਲਿਆਂ ਦੇ। ਤੁਹਾਡੇ ਕੋਲ ਆਮ ਵਾਇਰਲ ਹੁੰਦੀਆਂ ਫੋਟੋਆਂ ਆਪਾਂ ਦੇਖਦੇ ਹਾਂ ਕਿ ਦਸਤਾਰ ਪਾਈ ਹੁੰਦੀ ਹੈ ਅਤੇ ਪੈਰਾਂ 'ਚ ਸਿਰ ਰੱਖਿਆ ਹੁੰਦਾ ਦਸਤਾਰ ਨਾਲ। ਅਤੇ ਇਹ ਇਸ ਤਰੀਕੇ ਨਾਲ ਤਾਂ ਉਹ ਨਹੀਂ ਹੋਣਾ ਹੈਗਾ। ਹੁਣ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਨੇ, ਮੈਂ ਬਿਲਕੁਲ ਖਾਲਿਸਤਾਨ ਦੇ ਹੱਕ 'ਚ ਨਹੀਂ ਹੈਗਾ, ਕਿਉਂਕਿ ਮੈਂ ਖਾਲਸਾ ਨਹੀਂ ਹੈਗਾ। ਇਹ ਕਿਸ ਖਾਲਿਸਤਾਨ ਦੀ ਗੱਲ ਕਰਦੇ? ਕਿਹੜੀ ਇਹਨਾਂ ਦੀਆਂ ਬਾਊਂਡਰੀਜ਼ ਹੋਣਗੀਆਂ? ਕਿਹੜਾ ਇਹਨਾਂ ਕੋਲ ਰਿਸੋਰਸਿਸ ਹੋਣਗੇ ਉਹਨੂੰ ਚਲਾਉਣ ਵਾਸਤੇ? ਹਿੰਦੁਸਤਾਨ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦਾ ਨਾਂ ਹਿੰਦੁਸਤਾਨ ਨਹੀਂ ਹੈਗਾ, ਇਹਦਾ ਨਾਂ ਭਾਰਤ ਹੈ। ਇਹ ਹਿੰਦੁਸਤਾਨ ਜਿਹੜੇ ਕਹਿੰਦੇ ਨੇ ਨਾ, ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਇਹਨੂੰ ਹਿੰਦੁਸਤਾਨ ਕਹਿਣਾ ਬੰਦ ਕਰੋ, ਇਹਨੂੰ ਭਾਰਤ ਕਿਹਾ ਕਰੋ, ਇਹਨੂੰ ਇੰਡੀਆ ਕਿਹਾ ਕਰੋ। ਇਹਦਾ ਅਫੀਸ਼ੀਅਲ ਨੇਮ ਜਿਹੜਾ ਇੰਡੀਆ ਹੈ। ਇਹ ਸਾਡਾ ਵੀ ਓਨਾ ਹੀ ਆ, ਮੁਸਲਿਮਸ ਦਾ ਵੀ ਓਨਾ ਹੀ ਆ, ਕ੍ਰਿਸਚੀਅਨਸ ਦਾ ਵੀ ਓਨਾ ਹੀ ਆ, ਸਿੱਖਾਂ ਦਾ, ਹਿੰਦੂਆਂ ਦਾ, ਸਭ ਦਾ ਇਹ ਸਾਂਝਾ ਜਿਹੜਾ ਇੱਕ ਸੈਕੂਲਰ ਗੁਲਦਸਤਾ ਹੈ ਇਹ ਸਾਡਾ। ਇਹਦੇ ਬਹੁਤ ਕੁਰਬਾਨੀਆਂ ਹੋਈਆਂ ਨੇ। ਭਗਤ ਸਿੰਘ ਵਰਗਿਆਂ ਨੇ, ਰਾਜਗੁਰੂ ਵਰਗਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਇਹਨੂੰ ਆਜ਼ਾਦ ਕਰਾਉਣ ਦੀ ਖਾਤਰ। ਸੋ ਇਹ ਇੱਕ ਵੱਖਰਾ ਇਸ਼ੂ ਹੈ। ਅਤੇ ਤਾਂ ਆਪਾਂ ਫਿਰ ਵੀ ਮੰਨਣਾ ਕਿ ਦੇਸ਼ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ, ਜਿਹਦੀਆਂ ਬਾਊਂਡਰੀਜ਼ ਅਫਗਾਨਿਸਤਾਨ ਤੋਂ ਲੈ ਕੇ ਹਰਿਆਣੇ ਤੱਕ ਫੈਲੀਆਂ ਹੋਈਆਂ ਸੀ, ਉਹ ਦੇਸ਼ ਪੰਜਾਬ, ਉਹ ਕਹਿੰਦੇ ਆ ਵੀ ਉਹ ਸਿੱਖ ਲੈਂਡ ਹੈ, ਸਿੱਖ ਹੋਮਲੈਂਡ ਹੈ। ਐਗਰੀਡ, ਮੈਂ ਮੰਨਦਾ ਕਿ ਉਹ ਸਿੱਖ ਹੋਮਲੈਂਡ ਸੀਗਾ, ਹੈਗਾ ਨਹੀਂ, ਉਹ ਸੀਗਾ। ਉਹ ਸੀਗਾ ਤਾਂ ਫਿਰ ਹੁਣ ਜਦੋਂ ਉਹ ਵੱਖ-ਵੱਖ ਕੰਟਰੀਜ਼ ਨੇ ਉਹਨੂੰ ਕਬਜ਼ੇ 'ਚ ਕਰ ਲਿਆ ਹੈਗਾ, ਤੁਸੀਂ ਕਿੱਥੋਂ ਛੁਡਾ ਲਓਗੇ? ਪਾਕਿਸਤਾਨ ਤੋਂ ਛੁਡਾ ਲਓ ਫਿਰ ਪਹਿਲਾਂ। ਆਪਾਂ ਪਹਿਲਾਂ ਜੰਗ ਇੱਧਰ ਨੂੰ ਲੜ ਲੈਂਦੇ ਹਾਂ, ਭਾਰਤ ਵੀ ਨਾਲ ਆ ਜਾਊਗਾ ਆਪਣੇ ਵੀ, ਹਾਂ ਤੁਸੀਂ ਕਰ ਲਓ ਕਬਜ਼ਾ ਇੱਧਰੋਂ, ਫਿਰ ਕੋਈ ਗੱਲ ਨਹੀਂ, ਫਿਰ ਤੁਹਾਨੂੰ ਇੱਧਰੋਂ ਵੀ ਦੇ ਦਾਂਗੇ।
ਫਿਰ ਕੀ ਆਪਣੇ ਕੋਲ ਹੈ ਕੋਈ? ਇਹ ਐਵੇਂ ਵਿਹਲੀਆਂ ਗੱਲਾਂ ਨੇ। ਦੀਜ਼ ਆਰ ਆਲ ਹਾਈਪੋਥੀਸਿਸ। ਔਰ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਬੇਰੁਜ਼ਗਾਰ ਪੀੜ੍ਹੀ ਹੈ ਉਹਨੂੰ ਐਵੇਂ ਗੁੰਮਰਾਹ ਕਰਕੇ ਦਿਸ਼ਾਹੀਨ ਕਰਨ ਲਈ ਗੱਲ ਹੈ, ਹੋਰ ਕੁਛ ਨਹੀਂ। ਅਸੀਂ ਉਹ ਸੰਤਾਪ ਹੰਢਾਇਆ ਵਾ। ਸਾਨੂੰ ਪੁਲਿਸ ਨੇ ਵੀ ਚੱਕਿਆ, ਆਰਮੀ ਨੇ ਵੀ ਚੱਕਿਆ। ਉਸ ਸਮੇਂ ਦੇ ਵਿੱਚ 84 ਦੇ ਟਾਈਮ 'ਤੇ ਅਸੀਂ ਪੜ੍ਹਦੇ ਹੁੰਦੇ ਸੀ ਗੌਰਮੈਂਟ ਕਾਲਜ ਦੇ ਵਿੱਚ ਲੁਧਿਆਣੇ, ਅਤੇ ਅਸੀਂ ਉਹ ਚੀਜ਼ਾਂ ਦੇਖੀਆਂ ਹੋਈਆਂ ਨੇ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਨਸਲਕੁਸ਼ੀ ਹੋਵੇ, ਠੀਕ ਹੈ ਨਾ। ਸੋ ਅੱਜ ਅਗਰ ਲੋੜ ਆ ਤੁਹਾਨੂੰ, ਤੁਸੀਂ ਵਧੀਆ ਐਜੂਕੇਸ਼ਨ ਦੀ ਗੱਲ ਕਰੋ। ਤੁਹਾਡੇ ਕੋਲ ਐਡਾ ਬਜਟ ਆ ਸ਼੍ਰੋਮਣੀ ਕਮੇਟੀ ਕੋਲ, ਤੁਸੀਂ ਹੌਸਪੀਟਲਸ ਦੀ ਗੱਲ ਕਰੋ। ਮਰੀਜ਼ ਤਾਂ ਤੁਹਾਡੇ ਘਰਾਂ 'ਚ ਮਰੀ ਜਾਂਦੇ ਨੇ ਲੋਕ, ਤੁਸੀਂ PGI ਵੱਲ ਨੂੰ ਭੱਜਦੇ ਹੋ, ਓਵਰ ਕਰਾਊਡਡ ਹੈ, ਠੀਕ ਹੈ। ਤੁਹਾਡੇ ਕੋਲ ਇੰਨਾ ਫੰਡ ਹੈ, ਤੁਸੀਂ ਗੁਰਦੁਆਰੇ ਦੀਆਂ ਇਮਾਰਤਾਂ 'ਤੇ ਲਾਈ ਜਾਂਦੇ ਹੋ। ਤੁਸੀਂ ਕੋਈ ਮਨੁੱਖਤਾ ਦੀ ਸੇਵਾ ਇੱਕ ਬਹੁਤ ਵਧੀਆ ਸੰਸਥਾ ਚਲਾ ਰਿਹਾ ਗੁਰਪ੍ਰੀਤ ਸਿੰਘ ਮਿੰਟੂ, ਤੁਸੀਂ ਇਹਨਾਂ ਤੋਂ ਸਬਕ ਸਿੱਖੋ ਯਾਰ, ਵੀ ਵਾਟ ਇਜ਼ ਹਿਊਮੈਨਿਟੀ। ਤੁਸੀਂ ਹਿਊਮੈਨਿਟੀ ਨੂੰ ਕ੍ਰਸ਼ ਕਰਕੇ ਤੁਸੀਂ ਕਹਿੰਦੇ ਹੋ ਜੀ ਵਾਇਲੈਂਸ ਕਰ ਲਓ, ਵਾਇਲੈਂਸ ਦੇ ਨਾਲ ਕਰ ਲਓ। 4 ਹਿੰਦੂ ਮਾਰ ਦੋਗੇ, ਭੜਕ ਜੂਗਾ ਇੱਥੇ ਪੰਜਾਬ 'ਤੇ ਅੱਗ ਲੱਗ ਜੂਗੀ ਪੰਜਾਬ ਨੂੰ, ਫਿਰ ਐਂ ਹੋ ਜੂਗਾ ਜੀ। ਇਹ ਥੋੜ੍ਹੀ ਗੱਲਾਂ ਨੇ ਯਾਰ। ਡਾਕਟਰ ਸਾਹਿਬ, ਜੋ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀ ਨਾਲ ਧੱਕਾ ਹੁੰਦਾ, ਚਾਹੇ ਉਹ ਮੁਸਲਿਮ ਹੈ ਚਾਹੇ ਸਿੱਖ ਆ, 84 ਦਾ ਦੌਰ ਆਪਾਂ ਦੇਖਿਆ, ਉਸ ਤੋਂ ਪਹਿਲਾਂ 47 'ਚ ਵੀ ਦੇਖਿਆ, ਲੱਗਦਾ ਕਿ ਘੱਟ ਗਿਣਤੀ ਨਾਲ ਧੱਕਾ ਤਾਂ ਹੋ ਰਿਹਾ, ਸਿੱਖਾਂ ਨਾਲ ਵੀ ਹੋ ਰਿਹਾ। ਦੇਖੋ, ਹਮੇਸ਼ਾ ਘੱਟ ਗਿਣਤੀਆਂ ਨਾਲ ਜਿਹੜੀ ਮੈਜੋਰਟੀਜ਼ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਧੱਕਾ ਕਰ ਹੀ ਜਾਂਦੀਆਂ ਨੇ। ਆਪਾਂ ਵੈਸੇ ਵੀ ਦੇਖ ਲਈਏ, ਜਿੱਥੇ ਕਿਤੇ ਘੱਟ ਆਬਾਦੀ ਦੇ ਲੋਕ ਹੋਣ, ਜੇ ਕੋਈ ਹਿੰਦੂ ਕਮਿਊਨਿਟੀ ਦੀ ਜਾਂ ਕਿਸੇ ਮੁਸਲਿਮ ਕਮਿਊਨਿਟੀ 'ਚ ਤੁਸੀਂ 4 ਸਿੱਖ ਰਹਿੰਦੇ ਹੋ, ਉੱਥੇ ਜੇ ਕਿਤੇ ਕਿਸੇ ਇੱਕ ਸਿੱਖ ਤੋਂ ਕੋਈ ਗਲਤੀ ਹੋ ਜਾਏ ਤਾਂ ਨੈਚੁਰਲ ਉਹਦਾ ਇਫੈਕਟ ਪੈਂਦਾ। ਹੁਣ ਆਪਣੇ ਪੰਜਾਬ ਦੇ ਵਿੱਚ ਜੇ ਕੋਈ ਇੱਕ ਵਾਇਲੈਂਸ ਹੋ ਜਾਵੇ ਕਿਸੇ ਹਿੰਦੂ ਜਾਂ ਮੁਸਲਿਮ ਦੇ ਨਾਲ, ਤਾਂ ਨੈਚੁਰਲ ਆ ਜਿੱਥੇ ਕਿਤੇ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਬਾਹਰਲੇ ਸੂਬਿਆਂ ਦੇ ਵਿੱਚ ਸਾਡੇ ਸਿੱਖ ਭਰਾ ਬੈਠੇ ਨੇ, ਉਹਨਾਂ 'ਤੇ ਵੀ ਉਹ ਜਿਹੜੀ ਉਹਦੀ ਨਫ਼ਰਤ ਹੈ ਜਿਹੜੀ ਉਹ ਉਹਨਾਂ ਨੂੰ ਝੱਲਣੀ ਪੈਂਦੀ ਹੈ ਕਈ ਵਾਰ। ਸੋ ਇਹ ਇੱਕ ਤਾਂ ਨੈਚੁਰਲ ਹੁੰਦੀ ਹੈ ਵੀ ਆਪਾਂ ਜਿਹਨੂੰ ਦੰਗੇ ਕਹਿ ਦਿੰਦੇ ਹਾਂ, ਇੱਕ ਹੁੰਦਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲੇਆਮ ਕਰਨਾ, ਜੀਨੋਸਾਈਡ, ਜਿਹਨੂੰ ਰਾਜਨੀਤਿਕ ਸਰਪ੍ਰਸਤੀ ਹਾਸਲ ਹੁੰਦੀ ਹੈ। ਔਰ ਗੁਜਰਾਤ ਦੰਗਿਆਂ ਨੂੰ ਲੈ ਕੇ ਬੜੇ ਚਰਚਾ 'ਚ ਰਹੇ ਆ ਮੋਦੀ ਸਾਹਿਬ ਵੀ, ਅਮਿਤ ਸ਼ਾਹ ਜੀ ਵੀ, ਔਰ ਕਾਂਗਰਸ ਪਾਰਟੀ ਵੀ ਚਰਚਾ 'ਚ ਰਹੀ ਹੈ। ਦੋਨੋਂ ਪਾਰਟੀਆਂ, ਪਹਿਲਾਂ ਇੱਕ ਪਾਰਟੀ ਰੂਲ ਕਰਕੇ ਹਟੀ ਹੈ, ਇੱਕ ਰੂਲ ਕਰ ਰਹੀ ਹੈ। ਦੋਨੋਂ ਪਾਰਟੀਆਂ ਜੀਨੋਸਾਈਡ ਨੂੰ ਸਰਪ੍ਰਸਤੀ ਦੇਣ ਲਈ ਜਾਣੀਆਂ ਜਾਂਦੀਆਂ ਨੇ। ਫਿਰ ਇਹੋ ਜਿਹੇ ਹਾਲਾਤ 'ਚ ਸਿੱਖਾਂ ਦੇ ਦਿਲਾਂ ਦੇ ਵਿੱਚ ਰੰਜ ਪੈਦਾ ਹੋਣਾ, ਵੱਖਰੇ ਹੋਮਲੈਂਡ ਦੀ ਗੱਲ ਪੈਦਾ ਹੋਣਾ, ਕੀ ਲੱਗਦਾ ਨਹੀਂ ਵੀ ਜੈਨੂਅਨ ਹੈ? ਦੇਖੋ, ਵੱਖਰੇ ਹੋਮਲੈਂਡ ਦੀ ਗੱਲ ਕਰਨੀ ਕੋਈ ਇਹਦੇ 'ਤੇ ਰੋਕ ਨਹੀਂ ਹੈ। ਇਹ ਅਫੀਸ਼ੀਅਲੀ ਖਾਲਿਸਤਾਨ 'ਤੇ ਵੀ ਕੋਈ ਰੋਕ ਨਹੀਂ ਲਾਈ ਗਈ ਹੈਗੀ। ਈਵਨ ਸਾਡੀਆਂ ਅਦਾਲਤਾਂ ਨੇ ਜੱਜਮੈਂਟਸ ਦਿੱਤੀਆਂ ਕਿ ਡਿਮਾਂਡ ਆਫ ਖਾਲਿਸਤਾਨ ਇਜ਼ ਨਾਟ ਏ ਵਾਇਲੇਸ਼ਨ ਆਫ ਐਨੀ, ਮਤਲਬ ਰਾਈਟ ਆਪਣਾ। ਚਲੋ, ਲੇਕਿਨ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਕਿਵੇਂ ਹੋਊਗੀ? ਗੱਲ ਤੁਸੀਂ ਪ੍ਰੈਕਟੀਕਲ ਦੀ ਕਰੋ। ਤੁਹਾਡੀਆਂ ਤਾਰਾਂ ਤਾਂ ਦਿੱਲੀ ਨਾਲ ਜੁੜ ਜਾਂਦੀਆਂ ਨੇ। ਤੁਸੀਂ ਕਹਿੰਦੇ ਹੋ ਜੀ ਸਿੱਖ ਗੁਲਾਮ ਨੇ, ਜੀ ਗੁਲਾਮ ਨੇ। ਪਹਿਲਾਂ ਮੈਨੂੰ ਇਹ ਦੱਸੋ, ਗੁਲਾਮੀ ਦੀ ਡੈਫੀਨੇਸ਼ਨ ਕੀ ਹੈ? ਗੁਲਾਮੀ ਦੀ ਡੈਫੀਨੇਸ਼ਨ ਹੁੰਦੀ ਹੈ ਜੇ ਤੁਹਾਨੂੰ ਕਮਰੇ 'ਚ ਬੰਦ ਕਰਤਾ, ਤੁਹਾਨੂੰ ਜੰਗਲ ਪਾਣੀ ਵੀ ਨਹੀਂ ਜਾਣ ਦੇਣਾ, ਤੁਹਾਡੀ ਟੂਟੀ ਪਾਣੀ ਦੀ ਵੀ ਬੰਦ ਕਰਤੀ, ਬਿਜਲੀ ਵੀ ਬੰਦ ਕਰਤੀ, ਤੁਹਾਨੂੰ ਸਭ ਕੁਛ ਅੰਦਰ ਜਿਹੜਾ ਕੁਛ ਹੈਗਾ ਉਹੀ ਆ, ਅਤੇ ਤੁਸੀਂ ਰੋਟੀ ਜੀਣ ਜੋਗੀ ਤੁਹਾਨੂੰ ਦਿੱਤੀ ਜਾ ਰਹੀ, ਦੈਟ ਇਜ਼ ਗੁਲਾਮੀ। ਇੱਥੇ ਤਾਂ ਤੁਸੀਂ 92 ਚੁਣੇ ਆ ਯਾਰ, ਤੁਸੀਂ ਐਤਕੀ ਲੋਕਾਂ ਨੇ ਬਦਲਾ ਦਿੱਤਾ, ਗਲੋਂ ਲਾਹ ਤੇ ਸਾਫੇ ਉਹਨਾਂ ਦੇ ਜਿਹੜੇ ਤੁਹਾਨੂੰ ਗੁਲਾਮ ਕਰੀ ਬੈਠੇ ਸੀ ਹੁਣ ਤੱਕ। ਹੁਣ ਤੁਸੀਂ ਆਜ਼ਾਦ ਹੋ, ਹੁਣ ਲਓ ਇਹਨਾਂ ਨੂੰ, ਦੇਖੋ ਇਹਨਾਂ ਦੇ ਕੰਮ। ਹਾਂ, ਨੋ ਡਾਊਟ ਹਾਲੇ ਇਹਨਾਂ ਤੋਂ ਸੰਤੁਸ਼ਟ ਨਹੀਂ ਹੈਗੇ ਆਪਾਂ। ਜੋ ਇਹਨਾਂ ਦੀ ਵਰਕਿੰਗ ਹੈ ਉਹਦੇ 'ਤੇ ਕੋਈ ਬਹੁਤੀ ਪੰਜਾਬ ਖੁਸ਼ ਨਹੀਂ ਹੈਗਾ। ਮੇ ਵੀ ਕੁਛ ਸਮੇਂ 'ਚ ਸ਼ਾਇਦ ਇਹ ਸੁਧਾਰ ਕਰ ਲੈਣ, ਮੌਕਾ ਤਾਂ ਦਿੱਤਾ ਹੀ ਹੈ ਨਾ। ਸੋ ਦੇਖੋ, ਗੁਲਾਮੀ ਦੀ ਗੱਲ ਜਿੱਥੇ ਤੱਕ ਆਉਂਦੀ ਹੈ, ਗੁਲਾਮੀ ਕੁਛ ਹੋਰ ਚੀਜ਼ ਹੈ, ਅਤੇ ਪੰਜਾਬੀ ਸਾਡੇ ਗੁਲਾਮ ਨਹੀਂ ਹੈਗੇ। ਮੌਜਾਂ ਕਰਦੇ ਆ, ਫੋਰਚੂਨਰਾਂ 'ਚ ਘੁੰਮਦੇ ਆ, ਠੀਕ ਹੈ। ਅਤੇ ਠੀਕ ਹੈ, ਜਿਹੜੇ ਲੋਕ ਗਰੀਬ ਨੇ ਉਹ ਵਿਚਾਰੇ ਅੱਤ ਦਰਜੇ ਤੋਂ ਗਰੀਬ ਨੇ, ਉਹਨਾਂ ਨੂੰ ਤਾਂ 2 ਟਾਈਮ ਦੀ ਰੋਟੀ ਵੀ ਨਹੀਂ ਕਬੂਲ ਹੁੰਦੀ ਹੈਗੀ। ਇਹ ਇੱਕ ਡਿਫਰੈਂਸ ਆਫ ਫਾਈਨੈਂਸ਼ੀਅਲ ਜਿਹੜਾ ਡਿਫਰੈਂਸ ਹੈਗਾ ਪਾਵਰਟੀ ਦਾ, ਜਾਂ ਇਹ ਪਾੜਾ ਜਿਹੜਾ ਹੈਗਾ, ਇਹਨੂੰ ਵੀ ਦੂਰ ਕਰਨ ਦੀ ਲੋੜ ਆ। ਸੋ ਮੇਰੀ ਤਾਂ ਤੁਹਾਡੇ ਮਾਧਿਅਮ ਤੋਂ ਇੱਕੋ ਹੀ ਅਪੀਲ ਹੈ ਕਿ ਆਪਾਂ ਧਰਮ ਨੂੰ ਸੂਬੇ ਦੀ ਉਸਾਰੀ ਵੱਲ ਨੂੰ ਲਾਈਏ, ਯੂਨਿਟੀ ਵੱਲ ਨੂੰ ਲਾਈਏ, ਸਦਭਾਵਨਾ ਪੈਦਾ ਕਰੀਏ। ਐਜੂਕੇਸ਼ਨ, ਹੈਲਥ ਅਤੇ ਪਾਵਰਟੀ, ਇਹ 3 ਚੀਜ਼ਾਂ ਨੂੰ ਲੈ ਕੇ ਅਸੀਂ ਮਤਲਬ ਕਿ ਸੁਹਿਰਦ ਹੋ ਕੇ ਕੰਮ ਕਰੀਏ। ਬਹੁਤ ਅੱਛਾ ਕੰਮ ਅੰਮ੍ਰਿਤਪਾਲ ਜੀ ਨੇ ਕੀਤਾ ਹੈਗਾ, ਜਿਹੜਾ ਉਹਨਾਂ ਨੇ ਨਸ਼ਾ ਛਡਾਉਣ ਦੀ ਗੱਲ ਕੀਤੀ ਹੈ। ਈਵਨ ਅਸੀਂ ਖੁਦ, ਜਿਹੜੀ ਸਰਕਾਰ ਨਸ਼ਾ ਵੇਚ ਰਹੀ ਹੈ, ਸਰਕਾਰੀ ਅਦਾਰਿਆਂ ਦੇ ਵਿੱਚ ਵੇਚ ਰਹੀ ਹੈ, ਉਹ ਗੋਲੀ ਨੂੰ ਆਮ ਕੀਤਾ ਗਿਆ ਸੀਗਾ, ਉਹਦੇ 'ਤੇ ਅਸੀਂ ਸਟੇ ਲਵਾਈ ਆ ਆਪਣੀ ਪਾਰਟੀ ਵੱਲੋਂ, ਅਸੀਂ ਰਿਟ ਫਾਈਲ ਕੀਤੀ ਹੋਈ ਆ। ਅਸੀਂ ਨਸ਼ਾ ਵਿਰੋਧੀ ਹਾਂ, ਨਸ਼ੇ ਵਿਰੁੱਧ ਅਸੀਂ ਮੁਹਿੰਮ ਚਲਾਈ ਹੋਈ ਆ ਆਪਣੀ। ਸੋ ਅੰਮ੍ਰਿਤਪਾਲ ਦੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਸਲੂਟ ਹੈ, ਉਹ ਐਪਰੀਸ਼ੀਏਬਲ ਨੇ, ਪਰ ਕਈ ਗੱਲਾਂ ਲਈ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹੈਗੇ।
50-50 ਚੱਲ ਰਿਹਾ, ਠੀਕ ਹੈ। ਪ੍ਰਮਾਤਮਾ ਸਮੱਤ ਬਖਸ਼ੇ, ਨੌਜਵਾਨ ਮੁੰਡਾ, ਸਾਨੂੰ ਬਰਦਾਸ਼ਤ ਵੀ ਕਰਨਾ ਚਾਹੀਦਾ। ਹਾਂ, ਅਗਰ ਕੋਈ ਉਹ ਹੇਟ ਸਪੀਚ, ਹੁਣ ਵੈਸੇ ਉਹ ਘਟ ਗਿਆ ਹੈ, ਪਹਿਲਾਂ ਨਾਲੋਂ ਬਹੁਤ ਫਰਕ ਪਿਆ ਜਦੋਂ ਦੀ ਮਤਲਬ ਕਿ ਲੋਕਾਂ ਵੱਲੋਂ ਇਸ ਚੀਜ਼ 'ਤੇ ਲਾਹਨਤਾਂ ਵੀ ਪਾਈਆਂ ਗਈਆਂ ਕਿ ਗਲਤ ਗੱਲ ਹੈ। ਅਤੇ ਮੇ ਬੀ ਆਉਣ ਵਾਲੇ ਸਮੇਂ 'ਚ ਦੇਖੋ, ਅਗਰ ਉਹਨਾਂ ਦੀ ਕੋਈ ਰਣਨੀਤੀ ਗਲਤ ਤਰੀਕੇ ਨਾਲ ਸੈਪਰੇਟ ਸਟੇਟ ਦੀ ਜਾਂ ਸੈਪਰੇਟ ਕੋਈ ਉਹਨਾਂ ਦੀ ਸੈਪਰੇਟਿਜ਼ਮ ਦੀ ਕੋਈ ਥਿਊਰੀ ਹੋਏਗੀ ਤਾਂ ਬਿਲਕੁਲ ਉਹਦਾ ਵਿਰੋਧ ਵੀ ਕਰਾਂਗੇ, ਉਹਦਾ ਵਿਰੋਧ ਵੀ ਕਰਾਂਗੇ। ਡਾਕਟਰ ਸਾਹਿਬ, ਜੇ ਸਹਿਜਧਾਰੀ ਸਿੱਖਾਂ ਨੂੰ ਸਿੱਖ ਹੋਣ ਦੀ ਮਾਨਤਾ ਦਿੱਤੀ ਜਾਂਦੀ ਹੈ, ਕਿ ਇਹ ਫੈਸਲਾ ਭਾਜਪਾ ਦੇ ਜਾਂ ਹਿੰਦੁਸਤਾਨ ਦੀ ਜਿਹੜੀ ਹਿੰਦੂ ਰਾਸ਼ਟਰ ਦੀ ਰਾਜਨੀਤੀ ਚੱਲ ਰਹੀ ਹੈ ਉਹਦੇ ਹੱਕ 'ਚ ਭੁਗਤੂਗਾ ਜਾਂ ਖਿਲਾਫ ਭੁਗਤੂਗਾ? ਦੇਖੋ, ਇਹਦਾ ਕੋਈ ਹਿੰਦੂ ਤੱਤਵ ਦਾ ਮਤਲਬ ਕਿ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ। ਇਹਦਾ ਫਾਇਦਾ ਤਾਂ ਸਾਡੀ ਆਪਣੀ ਕਮਿਊਨਿਟੀ ਨੂੰ ਹੋਣਾ, ਭਰਾ ਭਰਾਵਾਂ ਨਾਲ ਜੁੜਨਗੇ, ਠੀਕ ਹੈ ਨਾ, ਨਫ਼ਰਤ ਨਹੀਂ ਹੋਊਗੀ, ਔਰ ਸਾਡਾ ਧਰਮ ਕਿੱਡਾ ਵਿਸ਼ਾਲ ਹੋ ਜਾਂਦਾ। ਕ੍ਰਿਸਚੀਅਨ ਦੇਖੋ, ਉਹ ਆਪਣਾ ਪ੍ਰਚਾਰ ਕਰਦੇ ਆ, ਸਾਡੇ ਤਾਂ ਗੁਟਕੇ ਵੀ ਮੁੱਲ ਵਿਕਦੇ ਆ, ਉਹ ਤਾਂ ਮੁਫਤ ਲਿਟਰੇਚਰ ਦਿੰਦੇ ਆ, ਉਹ ਆਪਣੇ ਧਰਮ ਦਾ ਡੇਲੀ ਪ੍ਰਚਾਰ ਕਰਦੇ ਆ। ਹੁਣ ਜਿਹੜੇ ਸਾਡੇ ਸਿੱਖ ਭਰਾ ਜਿਨ੍ਹਾਂ ਨੂੰ ਇਹ ਸਿੱਖ ਨਹੀਂ ਮੰਨਦੇ, ਸ਼੍ਰੋਮਣੀ ਕਮੇਟੀ ਵਾਲੇ ਜਾਂ ਅਕਾਲੀ ਦਲ ਵਾਲੇ, ਤਾਂ ਉਹ ਕਿੱਧਰ ਨੂੰ ਜਾ ਰਹੇ ਨੇ? ਉਹ ਡੇਰਿਆਂ ਵੱਲ ਨੂੰ ਤੁਰ ਰਹੇ ਨੇ, ਉਹ ਕ੍ਰਿਸਚੀਅਨ ਬਣ ਰਹੇ ਨੇ, ਧਰਮ ਪਰਿਵਰਤਨ ਹੋ ਰਹੇ ਆ। ਕ੍ਰਿਸਚੀਅਨਸ ਖੁਦ ਕਹਿੰਦੇ ਆ ਕਿ ਭਾਈ ਤੁਹਾਡੇ ਬੰਦੇ ਆਪ ਜੁਆਇਨ ਕਰ ਰਹੇ ਆ ਕ੍ਰਿਸਚੈਨਿਟੀ ਨੂੰ, ਜੇ ਤੁਹਾਡੇ 'ਚ ਕਮੀਆਂ ਨੇ ਤਾਂ ਹੀ ਆ ਰਹੇ ਨੇ ਸਾਡੇ ਵੱਲ ਨੂੰ। ਅਤੇ ਅਸੀਂ ਆਪਣਾ ਪਰਿਵਾਰ, ਆਪਣਾ ਘਰ ਸਾਫ਼ ਕਰੀਏ। ਇਹਨਾਂ ਨੂੰ ਵੱਡਾ ਵਿਸ਼ਾਲ ਜਿਹੜਾ ਸਾਡਾ ਰਿਲੀਜਨ ਬਹੁਤ ਵੱਡਾ। ਬਾਬੇ ਨਾਨਕ ਨੂੰ ਹਰ ਇੱਕ ਧਰਮ ਨੇ ਅਡੋਪਟ ਕੀਤਾ ਵਾ, ਅਤੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਲੈ ਕੇ ਅੱਗੇ ਚੱਲੀਏ, ਸਰਬੱਤ ਦੇ ਭਲੇ ਦੀ ਗੱਲ ਕਰੀਏ। ਮਾਨਸ ਕੀ ਜਾਤ ਸਭ ਏਕੇ ਪਹਿਚਾਨ, ਉਹ ਸਾਡੇ ਸਾਰੇ ਗੁਰੂਆਂ ਦੀ ਬਾਣੀ ਕਹਿੰਦੀ ਹੈ, ਗੁਰੂ ਸਾਹਿਬ ਦਾ ਫਲਸਫਾ ਹੈ, ਅਤੇ ਉਹਨੂੰ ਅੱਗੇ ਫਾਰਵਰਡ ਲੈ ਕੇ ਜਾਈਏ। ਅਤੇ ਮੈਂ ਤਾਂ ਇਹੀ ਕਹੂੰਗਾ ਕਿ ਸਰਬੱਤ ਦੇ ਭਲੇ ਦੀ ਗੱਲ ਕਰੀਏ, ਅਤੇ ਅਗਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਸਾਡੀ ਕਮਿਊਨਿਟੀ, ਸਹਿਜਧਾਰੀ, ਅੰਮ੍ਰਿਤਧਾਰੀ ਸਾਰੇ ਇਕੱਠੇ ਹੁੰਦੇ ਆ, ਸਿਰਫ ਸਿੱਖ ਅਤੇ ਖਾਲਸਾ। ਐਂਡ 'ਚ ਮੈਂ ਇੱਕੋ ਗੱਲ ਕਹੂੰਗਾ ਕਿ ਸਿੱਖ ਅਤੇ ਖਾਲਸਾ ਦੋ ਹੀ ਵਰਗ ਨੇ, ਤੀਜਾ ਕਿਸੇ ਨੂੰ ਥਾਂ ਨਹੀਂ ਹੈਗਾ ਇਹਦੇ 'ਚ। ਅਤੇ ਇਹਨੂੰ ਸਾਡੇ ਸਿੱਖ ਬੁੱਧੀਜੀਵੀਆਂ ਨੂੰ ਹੱਥ ਜੋੜ ਬੇਨਤੀ ਹੈ ਕਿ ਕਲੈਰੀਫਾਈ ਕਰੋ ਕਿ ਸਿੱਖ ਕੌਣ ਹੈ ਅਤੇ ਖਾਲਸਾ ਕੌਣ ਹੈ। ਅਸੀਂ ਖਾਲਸੇ ਦੀ ਰਿਸਪੈਕਟ ਕਰਦੇ ਹਾਂ। ਖਾਲਸਾ ਜਿਹੜਾ ਉੱਚਤਮ ਸਤਰ 'ਤੇ ਸਰਵਉੱਚ ਜਿਹੜੀ ਹੈਗੀ ਸਾਡੀ ਜਿਹੜੀ ਇੱਕ ਕਨਵਰਸ਼ਨ ਕਹਿ ਲਓ ਸਿੱਖ ਤੋਂ ਖਾਲਸਾ 'ਚ ਨੂੰ ਜਾਣ ਦੀ ਜਿਹੜੀ ਫੋਲਡ ਹੈ, ਉਹ ਹੈ, ਪੋਜੀਸ਼ਨ ਹੈ। ਅਤੇ ਪਰ ਦੁੱਖ ਉਦੋਂ ਹੁੰਦਾ ਜਦੋਂ ਕਈ ਖਾਲਸੇ ਵੀ ਇੱਥੇ ਮਤਲਬ ਇਹੋ ਜਿਹੀਆਂ ਹਰਕਤਾਂ ਕਰ ਦਿੰਦੇ ਨੇ ਜਿੱਥੇ ਸਾਡੇ ਧਰਮ ਨੂੰ ਸ਼ਰਮਸ਼ਾਰ ਹੋਣਾ ਪੈਂਦਾ। ਸੋ ਮੈਂ ਜ਼ਿਆਦਾ ਨਹੀਂ ਉਹਦੇ ਬਾਰੇ ਕਹਿਣਾ ਚਾਹੁੰਦਾ, ਤੁਸੀਂ ਆਪ ਸਿਆਣੇ ਹੋ। ਸੋ ਮੇਰੀ ਤਾਂ ਇੱਕੋ ਹੀ ਗੱਲ ਹੈ ਕਿ ਜੇ ਅਸੀਂ ਤੁਹਾਡੇ ਸੰਕੇਤ ਸਮਝ ਰਿਹਾ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਸੁੱਚਾ ਸਿੰਘ ਲਗਾਹ ਵਰਗੇ ਜਾਂ ਬੀਬੀ ਜਗੀਰ ਕੌਰ ਵਰਗੇ ਜਿਹੜੇ ਹੈਗੇ ਉਹ ਸਿੱਖ ਨੇ, ਉਹਨਾਂ ਨੂੰ ਮਾਨਤਾ ਮਿਲਦੀ ਆ, ਸਹਿਜਧਾਰੀ ਹੋਣ ਕਰਕੇ ਜੇ ਕੋਈ ਬੰਦਾ ਕਰੈਕਟਰ ਦਾ ਸ਼ੁੱਧ ਆ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ। ਇਹ ਇਤਰਾਜ਼ ਹੈ? ਇਕੱਲਾ ਕਰੈਕਟਰ 'ਤੇ ਨਹੀਂ ਮੈਂ ਕਹਿੰਦਾ, ਕਰੈਕਟਰ ਤਾਂ ਇੱਕ ਪਰਸਨਲ ਅਗਲੇ ਦਾ ਹੈਗਾ, ਕਿਸੇ ਦੇ ਕਰੈਕਟਰ 'ਤੇ ਸਾਨੂੰ ਕਹਿਣ ਦਾ ਕੋਈ ਹੱਕ ਵੀ ਨਹੀਂ ਹੈਗਾ। ਹੁਣ ਗੱਲ ਸਿਰਫ ਕੇਸਾਂ ਦੀ ਆ ਗਈ ਵੀ ਇਕੱਲੇ ਤੁਸੀਂ ਕੇਸ ਦੇਖ ਕੇ ਸਾਨੂੰ ਕਹੋ ਤੁਸੀਂ ਸਿੱਖ ਨਹੀਂ ਹੈਗੇ। ਦਿਸ ਇਜ਼ ਟੋਟਲੀ ਰੋਂਗ, ਇਹ ਗਲਤ ਗੱਲ ਹੈ। ਅਤੇ ਸਾਡੀ ਭਾਵਨਾਵਾਂ ਜਿਹੜੀਆਂ ਨੇ ਤੁਹਾਡੇ ਨਾਲ ਹੋ ਸਕਦਾ ਵੱਧ ਹੀ ਹੋਣ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾਂਦੇ ਹੀ ਨਹੀਂ ਹੈਗੇ, ਅਤੇ ਸਾਨੂੰ ਇੱਦਾਂ ਕੱਢਣਾ ਜਿਹੜਾ ਵਾਜਬ ਨਹੀਂ ਹੈਗਾ। ਤੁਹਾਡੇ ਸੰਘਰਸ਼ ਨੂੰ ਕੋਈ ਬੂਰ ਪੈਣ ਦੀ ਆਸ? ਦੇਖੋ ਜੀ, ਮੇਰਾ ਸੰਘਰਸ਼ ਜਾਰੀ ਰਹੇਗਾ ਟਿਲ ਮਾਈ ਲਾਸਟ ਬਰੀਥ। ਜਦ ਤੱਕ ਮੇਰਾ ਅੰਤਿਮ ਸਵਾਸ ਹੈ ਉਦੋਂ ਤੱਕ ਮੈਂ ਇਹ ਜੰਗ ਲੜਾਂਗਾ। ਮੈਂ ਆਪਣੀ ਕੌਮ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਖਿੰਡੀ ਹੋਈ ਕੌਮ ਨੂੰ, ਜਿਹਨੂੰ ਖੰਡਾਇਆ ਗਿਆ, ਸੰਪਰਦਾਇਕ ਤਾਕਤਾਂ ਨੇ ਖੰਡਾਇਆ, ਰਾਜਨੀਤਿਕ ਤਾਕਤਾਂ ਨੇ ਖੰਡਾਇਆ, ਸਾਡੇ ਲੀਡਰਾਂ ਨੇ ਖੰਡਾਇਆ, ਉਹਨੂੰ ਮੈਂ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਕੱਠੇ ਹੋ, ਸਿੱਖ ਔਰ ਖਾਲਸਾ ਇਕੱਠਾ ਹੋਵੇ। ਆਪਾਂ ਇੱਕੋ ਗੁਰੂ ਦੇ ਬੱਚੇ ਆ, ਗੁਰੂ ਨਾਨਕ ਦੇਵ ਜੀ ਦਾ ਲਾਇਆ ਹੋਇਆ ਬੂਟਾ ਹੈ, ਠੀਕ ਹੈ ਨਾ। ਸਹਿਜਧਾਰੀ ਸਿੱਖ ਜੇ ਕੋਈ ਬਾਹਰਲੇ ਲੋਕ ਨਹੀਂ ਹੈਗੇ, ਹਿੰਦੂ ਸਹਿਜਧਾਰੀ ਨਹੀਂ ਹੈਗੇ, ਸਹਿਜਧਾਰੀ ਆਪਾਂ ਹੀ ਆ ਜਿਹੜੇ ਵਿੱਚੋਂ ਆ। ਇਹ ਤਾਂ ਐਵੇਂ ਡੈਫੀਨੇਸ਼ਨ ਇਹਨਾਂ ਦੀਆਂ ਬਣਾਈਆਂ ਹੋਈਆਂ ਨੇ। ਭਾਈ ਕਾਹਨ ਸਿੰਘ ਨਾਭਾ ਜੀ ਦੀ ਮਹਾਨ ਕੋਸ਼ ਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਡੈਫੀਨੇਸ਼ਨ ਆਫ ਸਹਿਜਧਾਰੀ। ਉਹਨਾਂ ਨੇ ਲਿਖੀ ਹੈ, ਸਿੱਖੀ ਦਾ ਅਨਿੱਖੜਵਾਂ ਅੰਗ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਇਸ਼ਟ ਨਹੀਂ ਮੰਨਦਾ, ਪਰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ। ਉਹਨਾਂ ਨੇ ਦਿੱਤਾ ਹੈਗਾ ਕਿ ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ। ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਕਹਿਣਗੇ ਜੀ ਸਹਿਜਧਾਰੀ, ਜਿਹੜਾ ਸਹਿਜੇ ਸਿੱਖ ਬਣੇ ਉਹ ਸਹਿਜਧਾਰੀ ਆ। ਇਹ ਕਿਤੇ ਨਹੀਂ ਲਿਖਿਆ, ਮੈਨੂੰ ਦਿਖਾ ਦੇਣ ਕਿਤੇ ਲਿਖਿਆ। ਇਹਨਾਂ ਦੇ ਲਿਖੇ ਉਹ ਭਾਵੇਂ ਲਿਖਤਾਂ ਲੱਭ ਜਾਣ, ਪਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਬੜੇ ਕਲੀਅਰਲੀ ਲਿਖਿਆ, ਸਹਿਜਧਾਰੀ ਦਾ ਅਰਥ ਹੈ ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖੀ ਦਾ ਅਨਿੱਖੜਵਾਂ ਅੰਗ।
ਜੋ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਬਿਨਾਂ ਕਿਸੇ ਹੋਰ ਨੂੰ ਆਪਣਾ ਇਸ਼ਟ ਨਹੀਂ ਮੰਨਦਾ। ਨਾਲ ਉਹਨਾਂ ਨੇ ਥੱਲੇ ਇੱਕ ਫੁੱਟਨੋਟ ਲਿਖਿਆ ਛੋਟੀ ਜਿਹਾ ਕਰਕੇ, ਉਹਦੇ 'ਚ ਲਿਖਿਆ ਜਿਹੜੇ ਸਿੰਘ ਸਹਿਜਧਾਰੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਨੇ ਉਹ ਸਿੱਖ ਧਰਮ ਤੋਂ ਹੀ ਅਗਿਆਨ ਹਨ। ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਸਿੰਘ ਖਾਲਸੇ ਸਹਿਜਧਾਰੀਆਂ ਨੂੰ ਸਿੱਖੀ ਦਾ ਅੰਗ ਨਹੀਂ ਨਾ ਮੰਨਦੇ, ਉਸ ਆਪਣੇ ਆਪ ਨੂੰ ਬੁੱਧੀਜੀਵੀ ਸਿੱਖ ਸਕਾਲਰ ਕਹਾਉਣ ਦੇ ਹੱਕਦਾਰ ਨਹੀਂ ਹੈਗੇ। ਸਹਿਜਧਾਰੀ ਸਿੱਖੀ ਦਾ ਅਨਿੱਖੜਵਾਂ ਅੰਗ ਨੇ, ਔਰ ਸਹਿਜਧਾਰੀ ਦੀ ਤਾਂ ਲੋੜ ਹੀ ਨਹੀਂ। ਉਹਨਾਂ ਨੂੰ ਤੁਸੀਂ ਸਿੱਖ ਕਹੋ, ਉਹਨਾਂ ਨੂੰ ਨਾਲ ਲਓ, ਤੁਹਾਡੀ ਕਿੱਡੀ ਪਾਪੂਲੇਸ਼ਨ ਵੱਧ ਜਾਂਦੀ ਆ। ਠੀਕ ਹੈ, ਅੱਜ ਜਦੋਂ ਮਰਦਮਸ਼ੁਮਾਰੀ ਹੁੰਦੀ ਆ ਉਦੋਂ ਤਾਂ ਤੁਸੀਂ ਕਹਿ ਦਿੰਦੇ ਹੋ ਜੀ ਤੁਹਾਡੀ 2.25 ਕਰੋੜ ਹੈਗੀ ਆਬਾਦੀ, ਸਿੱਖ ਆਬਾਦੀ 2011 ਦੇ ਅੰਕੜਿਆਂ ਮੁਤਾਬਕ, ਪਰ ਜਦੋਂ ਵੋਟਾਂ ਬਣਾਉਣੀਆਂ ਨੇ ਫਿਰ ਤੁਹਾਡੇ ਕੋਲ 50 ਲੱਖ ਹੀ ਲੱਭਦੇ ਆ। ਠੀਕ ਹੈ ਨਾ, ਇਹ ਤੁਸੀਂ ਆਪ ਹੀ ਕੱਟੀ ਜਾਂਦੇ ਹੋ ਉਹਨਾਂ ਨੂੰ। ਐਤਕਾਂ ਮਰਦਮਸ਼ੁਮਾਰੀ ਹੋਊਗੀ ਜੇ ਅਸੀਂ ਕਿਤੇ ਕੇਸ ਪਾ ਕੇ ਇਹ ਕਹਿਤਾ ਬਈ ਜੀ ਸਹਿਜਧਾਰੀਆਂ ਨੂੰ ਸਿੱਖ ਨਾ ਲਿਖਿਓ, ਅਤੇ ਤੁਸੀਂ ਕਿੰਨੇ ਕੁ ਰਹਿ ਜਾਓਗੇ ਤੁਹਾਨੂੰ ਵੀ ਪਤਾ ਲੱਗ ਜੂਗਾ। ਔਰ ਅਸੀਂ ਕਰਾਂਗੇ ਫਿਰ ਜੇ ਨਾ ਤੁਸੀਂ ਹਟੇ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੰਨੇ ਹੋ। ਅਸੀਂ ਕੋਰਟ 'ਚ ਇਹ ਗੱਲ 'ਤੇ ਜਾਵਾਂਗੇ ਵੀ ਅਸੀਂ ਸਹਿਜਧਾਰੀ ਹਾਂ, ਸਾਨੂੰ ਸਿੱਖ ਨਹੀਂ ਮੰਨਦੇ। ਓਕੇ, ਸਾਡਾ ਕਾਲਮ ਅਲੱਗ ਬਣਾਓ ਸਹਿਜਧਾਰੀ ਦਾ। ਮਿਨੋਰਟੀ ਕਮਿਸ਼ਨ ਨੂੰ ਵੀ ਕਹਾਂਗੇ ਵੀ ਸਾਡੀ ਜਿਹੜੀ ਤੁਸੀਂ ਹੋਮ ਮਿਨਿਸਟਰੀ ਨੂੰ ਕਹਾਂਗੇ ਕਿ ਜੋ ਤੁਸੀਂ ਮਰਦਮਸ਼ੁਮਾਰੀ ਕਰਨੀ ਹੈ ਸਾਡਾ ਕਾਲਮ ਬਣੇ ਸਹਿਜਧਾਰੀ ਸਿੱਖ ਕਿ ਸਿੱਖ ਜਾਂ ਖਾਲਸਾ, ਅਤੇ ਦੇਖ ਲਾਂਗੇ ਫਿਰ ਕਿੰਨੀ ਅੰਕੜਾ ਆਉਂਦਾ ਹੈਗਾ। ਅਤੇ ਉਦੋਂ ਭਰਨ ਵੇਲੇ ਨਾ ਕਿਤੇ ਜਾਲੀ ਭਰਿਓ, ਜਿਵੇਂ ਸ਼੍ਰੋਮਣੀ ਕਮੇਟੀ ਦੇ ਵੋਟਾਂ ਬਣਾਉਣ ਵੇਲੇ ਜਿਹੜੇ ਭਈਆਂ ਦੀਆਂ ਵੋਟਾਂ ਬਣਾ ਦਿੰਦੇ ਉਵੇਂ ਨਾ ਭਰਿਓ। ਜਾਇਜ਼ ਭਰ ਕੇ ਦੇਖ ਲਓ ਤੁਸੀਂ ਕਿੰਨੇ ਕੁ ਰਹਿ ਜਾਓਗੇ। ਗਲਤ ਗੱਲ ਆ, ਇਸ 'ਤੇ ਹੱਕ 'ਚ ਨਹੀਂ ਹੈਗੇ ਅਸੀਂ, ਔਰ ਨਾ ਅਸੀਂ ਕਰਨਾ ਚਾਹੁੰਦੇ ਹਾਂ। ਆਪਣਾ ਢਿੱਡ ਨੰਗਾ ਹੁੰਦਾ ਜੇ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਆਪਣੀ ਕੌਮ ਨੂੰ ਜੋੜੀਏ। ਸਹਿਜਧਾਰੀ ਅੰਮ੍ਰਿਤਧਾਰੀ ਸਭ ਇੱਕੋ ਹੀ ਆ, ਇੱਕੋ ਗੁਰੂ ਦੇ ਬੇਟੇ ਆ, ਇੱਕੋ ਗੁਰੂ ਦੇ ਆਪਾਂ ਅਨੁਆਈ ਆ ਸਾਰੇ। ਅਤੇ ਪਰਮਾਤਮਾ ਸਤਬੁੱਧੀ ਦੇਵੇ ਇਹਨਾਂ ਲੀਡਰਾਂ ਨੂੰ, ਔਰ ਇਹਨਾਂ ਪੋਲੀਟੀਕਲ ਜਿਹੜੀਆਂ ਪਾਰਟੀ ਜਾਂ ਜਿਹੜੀ ਸੰਪਰਦਾਇਕ ਤਾਕਤਾਂ ਸਾਡੀ ਗੁਰਦੁਆਰਾ ਕਮੇਟੀਆਂ 'ਚ ਬੈਠੀਆਂ ਨੇ ਜਾਂ ਸ਼੍ਰੋਮਣੀ ਕਮੇਟੀ 'ਚ ਬੈਠੀਆਂ ਨੇ। ਮੈਂ ਤਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਚਿੱਠੀ ਲਿਖੀ, ਪਰ ਉਹਨਾਂ ਦਾ ਮੇਰੇ ਕੋਲ ਜਵਾਬ ਨਹੀਂ ਆਇਆ। ਜੋ ਸਖਤ ਬਿਆਨਾਂ ਕਰਕੇ ਕਈ ਵਾਰ ਸੁਣਨ 'ਚ ਆਇਆ ਵੀ ਤੁਹਾਡੇ 'ਤੇ ਹਮਲੇ ਵੀ ਹੋਏ ਆ, ਤੁਹਾਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ ਵੀ ਤੁਸੀਂ ਭਾਜਪਾ ਦੇ ਹੱਥਾਂ 'ਚ ਖੇਡਦੇ ਹੋ। ਦੇਖੋ ਜੀ, ਭਾਜਪਾ ਨੂੰ ਮੈਂ ਅੰਦਰ ਵੜ ਕੇ ਜੜ੍ਹਾਂ ਤੱਕ ਦੇਖ ਆਇਆ ਹੈਗਾ, ਉਹਨਾਂ ਦੇ RSS ਦਾ ਕੈਂਪ ਲਾ ਕੇ ਵੀ ਦੇਖ ਆਇਆ ਮੈਂ ਵੀ ਕਿੱਥੋਂ ਤੱਕ ਇਹਨਾਂ ਦੀਆਂ ਜੜ੍ਹਾਂ ਨੇ। ਮੈਂ ਸਾਰੀਆਂ 'ਚ ਇਹੀ ਨੋਟ ਕੀਤਾ ਕਿ ਭਾਜਪਾ ਕੁਛ ਨਹੀਂ ਕਰ ਸਕਦੀ ਜੇ ਅਸੀਂ ਸਹੀ ਹਾਂ। ਜੇ ਡਾਕਟਰ ਰਾਣੂ ਵਿਕਾਊ ਹੁੰਦਾ ਨਾ, ਡਾਕਟਰ ਰਾਣੂ ਭਾਜਪਾ ਦੇ ਹੱਥਾਂ 'ਚ ਖੇਡਦਾ ਹੁੰਦਾ ਤਾਂ ਅੱਜ ਨੂੰ ਇਹ ਮੁੱਦਾ ਖਤਮ ਹੋਇਆ ਹੁੰਦਾ ਸਹਿਜਧਾਰੀਆਂ ਵਾਲਾ। ਇਹ ਖੜਾ ਵੀ ਮੁੱਦਾ ਤਾਂ ਹੀ ਹੈ, ਇਹ ਵਿਕਿਆ ਨਹੀਂ ਹੈ ਮੁੱਦਾ। ਇਸੇ ਕਰਕੇ ਨਹੀਂ ਵਿਕਿਆ ਕਿ ਅਸੀਂ ਵਿਕਾਊ ਨਹੀਂ ਹੈਗੇ। ਸਾਡੇ 'ਤੇ ਜੋ ਵੀ ਤਸ਼ੱਦਦ ਹੁੰਦੇ ਆ ਉਹ ਇਸੇ ਕਰਕੇ ਹੁੰਦੇ ਕਿ ਅਸੀਂ ਨਾ ਟੁੱਟਦੇ ਹਾਂ, ਨਾ ਝੁਕਦੇ ਹਾਂ, ਨਾ ਅਸੀਂ ਵਿਕਦੇ ਹਾਂ। ਬਸ ਇਹੀ ਸਾਡੀ ਕਮਜ਼ੋਰੀ ਆ। ਮੇਰੇ ਫਾਦਰ 에ਅਰਫੋਰਸ 'ਚ ਸੀਗੇ, ਉਹਨਾਂ ਨੇ ਦੇਸ਼ ਦੀ ਖਾਤਰ 2 ਜੰਗਾਂ ਲੜੀਆਂ ਨੇ, ਔਰ ਮੈਂ ਕਿਸਾਨੀ 'ਚੋਂ ਹਾਂ। ਮੇਰੇ ਦਾਦਾ ਜੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਦੇ ਨਾਲ ਜ਼ਿਲ੍ਹਾ ਜਥੇਦਾਰ ਵੀ ਰਹੇ ਨੇ, ਅਕਾਲੀ ਦਲ ਦੇ ਵਿੱਚ ਵੀ ਉਹਨਾਂ ਨੇ ਕਾਫੀ ਰੋਲ ਪਲੇ ਕੀਤਾ। ਪੰਜਾਬੀ ਸੂਬਾ ਮੋਰਚਾ 'ਚ ਵੀ ਉਹ ਜੇਲ੍ਹਾਂ 'ਚ ਨਾਲ ਜਾਂਦੇ ਰਹੇ ਨੇ। ਸੋ ਕਿਸਾਨ ਅੰਦੋਲਨ 'ਚ ਵੀ ਸਾਡਾ ਪਰਿਵਾਰ ਜਿਹੜਾ ਖੁੱਲ੍ਹ ਕੇ ਨਾਲ ਸੀਗਾ ਕਿਸਾਨਾਂ ਦੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਜੁੜੇ ਹੋਏ ਹਾਂ ਪੰਜਾਬ ਨਾਲ। ਸਾਨੂੰ ਭਾਜਪਾ ਜਾਂ ਕਾਂਗਰਸ ਜਾਂ ਕਿਸੇ ਨਾਲ ਕੁਛ ਨਹੀਂ ਲੈਣਾ ਦੇਣਾ। 19 ਸਾਲ ਅਸੀਂ ਕਾਂਗਰਸ ਦੀ ਸਪੋਰਟ ਕੀਤੀ ਹੈ ਅਤੇ ਫਿਰ ਅਸੀਂ ਭਾਜਪਾ ਦੇ ਹੱਥਾਂ 'ਚ ਖਿੜ ਗਏ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਜਦੋਂ ਟੁੱਟ ਰਹੀ ਸੀ 2008 ਦੇ ਵਿੱਚ, ਨੋ ਕੌਨਫੀਡੈਂਸ ਮੋਸ਼ਨ ਵੇਲੇ, ਉਸ ਵੇਲੇ ਪਾਰਲੀਮੈਂਟ ਦੇ ਵਿੱਚੋਂ ਅਕਾਲੀ ਦਲ ਦਾ MP ਚੁੱਕ ਕੇ ਲੈ ਕੇ ਮੈਂ ਪਾਰਲੀਮੈਂਟ 'ਚੋਂ ਗਿਆ, ਔਰ 8 ਘੰਟੇ ਉਹਨਾਂ ਨੂੰ ਗਾਇਬ ਰੱਖਿਆ ਅਤੇ ਜਿਤਾਇਆ ਕਿਹਨੂੰ? ਮਨਮੋਹਨ ਸਿੰਘ ਜੀ ਨੂੰ, ਅਤੇ ਮੈਂ ਭਾਜਪਾ ਦਾ ਸੀਗਾ। ਸੋ ਇਹ ਗੱਲਾਂ ਇਹਨਾਂ ਦੀਆਂ ਸਿਰਫ ਜਦੋਂ ਇਹਨਾਂ ਨੂੰ ਕੁਛ ਨਹੀਂ ਨਾ ਲੱਭਦਾ, ਇਹ RSS ਦਾ ਬੰਦਾ ਜੀ, ਇਹ ਭਾਜਪਾ ਦਾ ਬੰਦਾ ਜੀ, ਇਹ ਕਾਂਗਰਸ ਦਾ ਬੰਦਾ ਜੀ, ਇਹ ਕ੍ਰੀਏਸ਼ਨ ਇਹਨਾਂ ਦੀਆਂ ਅਸੀਂ ਇਹੀ ਕ੍ਰੀਏਟ ਕਰਦੇ ਨੇ। ਪਹਿਲੀ ਗੱਲ ਤਾਂ ਸਹਿਜਧਾਰੀ ਮੁੱਦਾ ਮੇਰਾ ਕ੍ਰੀਏਟਡ ਨਹੀਂ ਹੈਗਾ। ਇੱਕ ਬੁੱਧੀਜੀਵੀ ਨਾਲ ਮੇਰੀ ਬਹਿਸ ਹੋ ਰਹੀ ਸੀ TV 'ਤੇ, ਉਹ ਕਹਿੰਦਾ ਜੀ ਸਹਿਜਧਾਰੀ ਨਾਂ ਦੀ ਚਿੜੀ ਨਹੀਂ ਹੈ ਸਾਡੇ ਸਿੱਖ ਧਰਮ 'ਚ। ਅਤੇ ਮੈਂ ਉਹਨਾਂ ਨੂੰ ਗੁਰਦੁਆਰਾ ਐਕਟ ਪੜ੍ਹਾਇਆ। ਮੈਂ ਕਿਹਾ ਜੀ ਤੁਸੀਂ ਕਿਹੜੇ ਸੰਨ ਦੇ ਬੋਰਨ ਹੋ? ਉਹ ਕਹਿੰਦੇ ਮੈਂ 46 ਦਾ ਬੋਰਨ ਹਾਂ। ਮੈਂ ਕਿਹਾ ਤੁਸੀਂ 46 ਦੇ ਬੋਰਨ ਹੋ, ਮੈਂ ਤਾਂ 67 'ਚ ਪੈਦਾ ਹੋਇਆ। ਆਹ ਗੁਰਦੁਆਰਾ ਐਕਟ 1925 'ਚ ਬਣਿਆ, ਔਰ ਇਹਦੇ 'ਚ 49 ਦੇ ਵਿੱਚ ਤੁਹਾਡੇ ਹੋਂਦ ਹੁੰਦੀ ਸੀ, ਜਦੋਂ ਤੁਸੀਂ ਧਰਤੀ 'ਤੇ ਸੀਗੇ ਉਦੋਂ ਅਮੈਂਡਮੈਂਟ ਆਈ ਹੈ ਕਿ ਸਹਿਜਧਾਰੀ ਸਿੱਖ ਜਿਹੜਾ ਡਿਫਾਈਨ ਕੀਤਾ ਗਿਆ ਸੈਕਸ਼ਨ 210A 'ਚ ਅਤੇ 210 'ਚ। ਅਤੇ ਹੁਣ ਤੁਸੀਂ ਦੱਸੋ ਵੀ ਇਹੋ ਜਿਹਿਆਂ ਨੂੰ ਤਾਂ ਸਕਾਲਰਸ਼ਿਪਾਂ ਦਿੱਤੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਨੇ ਕਿ ਜੀ ਸਾਡੇ ਸ਼੍ਰੋਮਣੀ ਜਿਹੜੇ ਨੇ ਸਿੱਖ ਸਕਾਲਰ ਨੇ, ਜਿਹੜੇ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਸਹਿਜਧਾਰੀ ਹੁੰਦਾ ਕੀ ਹੈ, ਔਰ ਉਹ ਆਪਣੇ ਹਿਸਾਬ ਨਾਲ ਇੰਟਰਪ੍ਰੇਟ ਕਰਦੇ ਆ ਸਹਿਜਧਾਰੀ ਨੂੰ। ਉਹ ਕਹਿਣਗੇ ਜੀ ਸਹਿਜੇ ਸਿੱਖ ਬਣੇ, ਜਦ ਕਿ
ਭਾਈ ਕਾਹਨ ਸਿੰਘ ਨਾਭਾ ਜੀ ਨੇ ਕਿਹਾ ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ ਸਿੱਖੀ ਦਾ ਨਿਖੜਵਾਂ ਅੰਗ। ਸੋ ਮੇਰੀ ਅੱਜ ਇਹੀ ਬੇਨਤੀ ਹੈ ਕਿ ਤੁਹਾਡੇ ਮਾਧਿਅਮ ਤੋਂ, NRA ਭਰਾਵਾਂ ਦੇ ਮਾਧਿਅਮ ਤੋਂ, ਸਾਡੀ ਜੰਗ ਬਹੁਤ ਕਰੜੀ ਜੰਗ ਹੈ, ਔਖੀ ਜੰਗ ਹੈ। ਆਰਮੀ ਸਾਡੀ ਛੋਟੀ ਹੈ ਪਰ ਲੇਕਿਨ ਅਸੀਂ ਲੜ ਰਹੇ ਹਾਂ ਇਸ ਕੇਸ ਨੂੰ, ਕਿਉਂਕਿ ਸਾਡੇ ਜਿਹੜੇ ਵੀ ਕੋਈ ਮਤਲਬ ਕਹਿ ਲਓ ਵੀ ਔਰਗਨਾਈਜੇਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਅਦਾਲਤਾਂ 'ਚ ਕੇਸ ਲੜਨ ਵਾਸਤੇ ਤੁਹਾਨੂੰ ਵੀ ਪਤਾ ਖਰਚੇ ਵੀ ਬਹੁਤ ਹੁੰਦੇ। ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਮੁਕੱਦਮੇ ਲੜੇ ਆ। ਸਾਨੂੰ ਕਿਸੇ ਦੇ ਅਸੀਂ ਕਦੇ ਕਿਸੇ ਕੋਲ ਕੋਈ ਫੰਡ ਵੀ ਨਹੀਂ ਮੰਗਿਆ ਹੈਗਾ। ਔਰ ਇਸ ਜੰਗ ਦੇ ਵਿੱਚ ਸਾਨੂੰ ਥੋੜ੍ਹੀ ਮੋਰਲ ਸਪੋਰਟ ਦੀ ਲੋੜ ਆ। ਤੁਸੀਂ ਆਵਾਜ਼ ਬੁਲੰਦ ਕਰੋ, ਤੁਸੀਂ ਇਹਨਾਂ ਨੂੰ ਸਵਾਲ ਕਰੋ ਕਿ ਜੀ ਸਾਨੂੰ ਸਿੱਖ ਕਿਉਂ ਨਹੀਂ ਮੰਨਦੇ। ਜੇ ਤੁਸੀਂ ਸਾਨੂੰ ਸਿੱਖ ਨਹੀਂ ਮੰਨਦੇ, ਦੇਖੋ ਗੱਲ ਕਰ ਰਿਹਾ ਸੀ ਮੈਂ, ਕਰਨਾਟਕਾ ਦੇ ਵਿੱਚ ਇੱਕ ਲਿੰਗਾਇਤ ਕਮਿਊਨਿਟੀ ਹੈ ਔਰ ਉਹ ਹਿੰਦੂ ਨੇ ਬੇਸਿਕਲੀ। ਉਹਨਾਂ ਨੂੰ ਹਿੰਦੂ ਨਹੀਂ ਮੰਨਿਆ ਜਾਂਦਾ। ਉਹਨਾਂ ਨੇ ਕੀ ਕੀਤਾ, ਆਪਦੀ ਵੱਖਰੀ ਮਿਨੋਰਟੀ ਸਟੇਟਸ ਲਿਆ ਉਹਨਾਂ ਨੇ ਵਿਧਾਨ ਸਭਾ 'ਚੋਂ। ਉਹਨਾਂ ਨੇ ਆਪਣੇ MLA MP ਚੁਣ ਤੇ 16% ਸੀਗੇ ਸਿਰਫ ਉਹ। ਅਸੀਂ ਤਾਂ 60-70% ਹੈ ਪੰਜਾਬ ਦੇ ਵਿੱਚ। ਅਤੇ ਅਸੀਂ ਆਪਣੀ ਉਹੀ ਜੀ ਤੁਸੀਂ ਸਪੋਰਟ ਕਰੋ, ਉਹੀ ਜੀ ਤੁਸੀਂ ਆਵਾਜ਼ ਉਠਾਓ ਸਾਰੇ ਰਲ ਕੇ। ਖਾਸ ਕਰਕੇ ਵਿਦੇਸ਼ਾਂ 'ਚੋਂ ਇਹ ਆਵਾਜ਼ ਆਉਣੀ ਚਾਹੀਦੀ ਸੀ। ਮੈਂ ਤਾਂ ਹੈਰਾਨ ਹਾਂ ਕਿ ਸਾਡੇ ਪਿੱਛੇ ਜੇ ਇੱਕ ਵੀਡੀਓ ਆ ਰਹੀ ਸੀ UK ਤੋਂ, ਉਹ ਭਾਈ ਸਾਹਿਬ ਨੂੰ ਮੈਂ ਜਾਣਦਾ ਨਹੀਂ, ਪਰ ਉਹਨਾਂ ਨੇ ਇੱਕ ਵੀਡੀਓ 'ਚ ਬੜੇ ਵਧੀਆ ਤੱਥ ਪੇਸ਼ ਕੀਤੇ। ਉਹਨਾਂ ਨੇ ਕਿਹਾ ਕਿ ਮੈਨੂੰ ਇਮੀਗ੍ਰੇਸ਼ਨ ਤੋਂ ਇੱਕ ਅਫਸਰ ਨੇ ਇਹ ਗੱਲ ਦੱਸੀ ਹੈ, ਜੋ ਉਹਨਾਂ ਨੇ ਕਿਹਾ ਮੈਂ ਉਹੀ ਦੱਸ ਰਿਹਾ ਤੁਹਾਡੇ ਚੈਨਲ ਤੋਂ। ਉਹ ਕਹਿੰਦੇ ਮੈਨੂੰ ਇਮੀਗ੍ਰੇਸ਼ਨ ਦੇ ਕਿਸੇ ਆਫਿਸਰ ਤੋਂ ਖੁਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਜੀ ਉਹ ਕਹਿੰਦੇ ਵੀ ਜਿਹੜੇ ਸਿੱਖ ਇੱਥੇ ਆ ਕੇ ਅਸਾਈਲਮ ਮੰਗ ਰਹੇ ਨੇ ਪਰ ਦਾੜੀ ਕੇਸ ਕੱਟੇ ਹੋਏ ਆ, ਅਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਣਾ। ਹੁਣ ਉਹਨਾਂ ਦੇ ਕੇਸ ਵੀ ਰੱਦ ਹੋ ਜਾਣੇ ਆ। ਤੁਸੀਂ ਦੇਖੋ ਕਿੱਥੇ ਤੱਕ ਜਾ ਰਹੀ ਹੈ ਗੱਲ। ਇਹ ਗੱਲ ਦਾ ਅਸਰ ਕਿੱਥੇ ਤੱਕ ਪੈ ਰਿਹਾ। ਆਨੰਦ ਮੈਰਿਜ ਐਕਟ ਦੇ ਵਿੱਚ ਤੁਸੀਂ ਸ਼ਾਦੀ ਕਰਾਉਣੀ ਹੈ, ਤੁਹਾਨੂੰ ਸਿੱਖ ਦੀ ਪਰਿਭਾਸ਼ਾ 'ਚ ਜੋ ਤੁਸੀਂ ਆਉਂਗੇ ਨਹੀਂ ਤਾਂ ਤੁਹਾਡੀ ਕਿੰਨੀ ਕੁ ਵੈਲਿਡ ਹੋਊਗੀ ਉਹ। ਹੁਣ ਕਿਉਂ ਨਹੀਂ ਬੋਲਦੇ ਹੈਗੇ ਆਪਣੇ ਜਿਹੜੇ SGPC ਵਾਲੇ ਆ। ਜਦ ਭਗਵੰਤ ਮਾਨ ਜੀ ਨੇ ਕਿਹਾ ਅਸੀਂ ਪੰਜਾਬ ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰ ਦਾਂਗੇ, ਮੈਂ ਤਾਂ ਬੇਨਤੀ ਕੀਤੀ ਸੀ ਕਿ ਸਰਦਾਰ ਭਗਵੰਤ ਮਾਨ ਜੀ ਤੁਸੀਂ ਪਹਿਲੀ ਸ਼ਾਦੀ ਆਪਣੀ ਰਜਿਸਟਰ ਕਰਾ ਕੇ ਦਿਖਾਓ ਸਾਨੂੰ, ਦੇਖਦੇ ਹਾਂ ਵੀ ਇਹ ਬੋਲਦੇ ਆ ਤੁਹਾਨੂੰ। ਕਿਉਂਕਿ ਡਾਕਟਰ ਗੁਰਪ੍ਰੀਤ ਕੌਰ ਵੀ ਸਹਿਜਧਾਰੀ ਹੈ ਅਤੇ ਉਹਨਾਂ ਦੇ ਵੀ ਆਈਬਰੋਜ਼ ਬਣਾਏ ਹੋਏ ਸੀ ਜਦੋਂ ਵਿਆਹ ਕਰਾਇਆ ਸੀ ਉਹਨਾਂ ਨੇ, ਅਤੇ ਮਾਨ ਸਾਹਿਬ ਵੀ ਦਾੜੀ ਕੱਟਦੇ ਆ। ਅਤੇ ਜੇ ਉਹੀ ਸਿੱਖ ਦੀ ਪਰਿਭਾਸ਼ਾ 'ਚ ਨਹੀਂ ਆਉਣਗੇ ਤਾਂ ਓਬੀਅਸਲੀ ਵੀ ਇਹ ਜਿਹੜੀ ਹੈਗੀ ਆ ਆਨੰਦ ਮੈਰਿਜ ਐਕਟ ਦੀ ਫਿਊਟਾਈਲ ਐਕਸਰਸਾਈਜ਼। ਵਾਰਸ ਪੰਜਾਬ ਜਥੇਬੰਦੀ ਦੇ ਜਿਹੜੇ ਆਗੂ ਪਹਿਲਾਂ ਰਹੇ ਆ, ਦੀਪ ਸਿੱਧੂ, ਉਹ ਵੀ ਸਹਿਜਧਾਰੀ ਸਿੱਖ ਉਹ ਵੀ ਸਹਿਜਧਾਰੀ ਸਿੱਖ ਸੀ। ਔਰ ਦੇਖੋ ਉਸ ਮੁੰਡੇ ਨੇ ਬੇਸ਼ੱਕ ਚਾਹੇ ਕਿਵੇਂ ਵੀ ਆ, ਇਹ ਡੇਅਰਿੰਗ ਸਟੈਪਸ ਸੀਗੇ ਉਹਦੇ ਜੋ ਵੀ ਸੀ, ਔਰ ਉਹ ਬੋਲਦਾ ਵੀ ਵਧੀਆ ਸੀਗਾ। ਠੀਕ ਹੈ, ਉਹਨੇ ਕੋਈ ਮਾੜੀ ਗੱਲ ਤਾਂ ਕੀਤੀ ਨਹੀਂ ਸੀ। ਠੀਕ ਹੈ ਨਾ। ਅਨਫੋਰਚੂਨੇਟਲੀ ਹੀ ਐਕਸਪਾਇਰਡ। ਮੂਸੇਵਾਲੇ ਵੀ ਤਾਂ ਸਹਿਜਧਾਰੀ ਸੀ, ਸਿੱਧੂ ਮੂਸੇਵਾਲੇ, ਇਹ ਸਾਰੇ ਸਹਿਜਧਾਰੀ ਨੇ। ਲੇਕਿਨ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਇਹ ਲੈ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਤੁਰ ਪੈਂਦੇ ਨੇ। ਆਹ ਮਾਨ ਸਾਹਿਬ ਜਿੱਤੇ ਨੇ ਸੰਗਰੂਰ 'ਚੋਂ, ਉਹ ਮੂਸੇਵਾਲੇ ਰਾਜਨੀਤਿਕ ਫਾਇਦਾ ਲੈਣਾ ਹੁੰਦਾ ਉਦੋਂ ਉਹ ਸਿੱਖ ਹੋ ਜਾਂਦੇ ਆ, ਜਦੋਂ ਧਰਮ ਦੀ ਗੱਲ ਆਉਂਦੀ ਉਦੋਂ ਉਹ ਸਿੱਖ ਨਹੀਂ ਰਹਿੰਦੇ। ਦੇਖੋ ਅਸੀਂ ਤਾਂ ਅੱਗੇ ਕਿਹਾ ਸੀ ਜੇ ਸ਼੍ਰੋਮਣੀ ਕਮੇਟੀ 'ਚ ਵੋਟ ਨਹੀਂ ਤਾਂ ਅਕਾਲੀ ਦਲ ਨੂੰ ਕੋਈ ਸਪੋਰਟ ਨਹੀਂ, ਸਾਡਾ ਨਾਅਰਾ ਹੁੰਦਾ ਸੀ ਆਮ ਤੌਰ 'ਤੇ। ਅਤੇ ਅਸੀਂ ਇਹਨਾਂ ਨੂੰ ਕਹਿੰਦੇ ਸੀ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਆਮ ਚੋਣਾਂ ਨੇ, ਉਦੋਂ ਤਾਂ ਤੁਸੀਂ ਸਾਨੂੰ ਕਹਿੰਦੇ ਤੁਸੀਂ ਪੰਥ ਨੂੰ ਖਤਰਾ ਅਤੇ ਪੰਥ ਨੂੰ ਤੁਸੀਂ ਵੋਟ ਪਾਓ। ਅਤੇ ਜੋ ਸ਼੍ਰੋਮਣੀ ਕਮੇਟੀ ਵੋਟ ਹੈ ਫਿਰ ਕਹਿੰਦੇ ਨਹੀਂ ਜੀ ਤੁਸੀਂ ਗੈਰ ਪੰਥਕ ਹੋ, ਅਤੇ ਸਾਨੂੰ ਪੰਥ 'ਚੋਂ ਬਾਹਰ ਕੱਢ ਦਿੰਦੇ। ਅੱਜ ਦੀ ਡੇਟ 'ਚ ਸਾਨੂੰ ਪੰਥ 'ਚੋਂ ਸਿੱਖਿਆ ਗਿਆ ਹੈ, ਅਸੀਂ ਪੰਥਕ ਨਹੀਂ ਹੈਗੇ। ਬਿਕੋਜ਼ ਸਾਨੂੰ ਇਹਨਾਂ ਨੇ ਲੀਗਲ ਤੌਰ 'ਤੇ ਸਾਨੂੰ ਪਰਿਭਾਸ਼ਾਵਾਂ ਦੇ ਵਿੱਚ ਇੰਨਾ ਕੁ ਮਤਲਬ ਕਿ ਡੈਮੇਜ ਕੀਤਾ ਹੈਗਾ ਕਿ ਆਪਣੇ ਰਿਲੀਜਨ ਨੂੰ, ਅਤੇ ਇਹਨਾਂ ਨੇ ਆਪਣੇ ਧਰਮ ਨੂੰ ਹੀ ਬਹੁਤ ਛੋਟਾ ਕਰ ਲਿਆ ਹੈਗਾ। ਇਹਨਾਂ ਨੇ ਸਾਗਰ ਜਿਹੜਾ ਸਮੁੰਦਰ ਸੀ ਨਾ ਉਹ 'ਚੋਂ ਸਿਰਫ ਕੁੱਜਾ ਭਰਨੇ ਇਹ ਹੁਣ ਸਮੁੰਦਰ ਇਹਨਾਂ ਨੇ ਖਾਲੀ ਜਿਹੜਾ ਹੈਗਾ ਸਾਈਡ 'ਤੇ ਕਰਤਾ ਹੈਗਾ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਸਿਆਣੇ ਲੋਕ ਨੇ ਉਹ ਸਮਝਣਗੇ ਮੇਰੀ ਗੱਲ ਨੂੰ, ਅਤੇ ਸ਼ਾਇਦ ਮੈਨੂੰ ਗਾਲਾਂ ਵੀ ਪੈਣਗੀਆਂ ਤੁਹਾਡੇ ਚੈਨਲ 'ਤੇ, ਜਿਹੜੇ ਮਤਲਬ ਕਿ ਤੁਹਾਨੂੰ ਵੀ ਮੈਨੂੰ ਵੀ, ਅਤੇ ਕਬੂਲ ਹੈ ਕੋਈ ਗੱਲ ਨਹੀਂ। ਅਤੇ ਜਦੋਂ ਅਸੀਂ ਗੱਲ ਸੱਚ ਦੀ ਕਰਾਂਗੇ ਤਾਂ ਸਾਨੂੰ ਗਾਲਾਂ ਸੁਣਨੀਆਂ ਵੀ ਪੈਣਗੀਆਂ। ਅਤੇ ਬਟ ਇਹ ਹੈਗਾ ਕਿ ਮੁੱਦਾ ਔਰ ਸੱਚਾਈ ਜਿਹੜੀ ਆ, ਸੱਚਾਈ ਇਹੀ ਹੈ ਕਿ ਤੁਸੀਂ ਸਿੱਖ ਅਤੇ ਖਾਲਸਾ ਨੂੰ ਇਕੱਠੇ ਕਰੋ, ਕੌਮ ਨੂੰ ਇਕੱਠੀ ਕਰੋ, ਅਤੇ ਇਹੀ ਸਾਡਾ ਜਿਹੜਾ ਹੈਗਾ ਮਕਸਦ ਹੈ। ਅਸੀਂ ਕੋਈ ਡਿਵਾਈਡ ਨਹੀਂ ਕਰਨਾ ਚਾਹੁੰਦੇ, ਅਸੀਂ ਆਪਣੇ ਹੱਕ ਲੈਣ ਲਈ ਲੜ ਰਹੇ ਹਾਂ। ਨਵੇਂ ਨਹੀਂ ਮੰਗ ਰਹੇ, ਪੁਰਾਣੇ ਹੀ ਮੰਗ ਰਹੇ ਹਾਂ। ਨਾ ਅਸੀਂ ਕਬਜ਼ਾ ਕਰਨਾ, ਨਾ ਅਸੀਂ ਮੈਂਬਰ ਬਣਨਾ। ਮੈਂਬਰ ਤਾਂ ਤੁਹਾਨੂੰ ਬਣਾਉਣਾ ਅੰਮ੍ਰਿਤਧਾਰੀਆਂ ਨੂੰ, ਪਰ ਵੋਟ ਤਾਂ ਸਾਡੀ ਜਿਹੜੀ ਹੈ, ਜੇ ਅਸੀਂ ਮੱਥਾ ਟੇਕ ਸਕਦੇ ਹਾਂ, ਗੁਰੂ ਘਰ ਗੋਲਕ 'ਚ ਪੈਸਾ ਵਾ, ਅਸੀਂ ਵੋਟ ਵੀ ਪਾ ਸਕਦੇ ਹਾਂ। ਅਸੀਂ ਤੁਹਾਨੂੰ ਚੁਣ ਕੇ ਭੇਜਾਂਗੇ, ਵਧੀਆ ਬੰਦਿਆਂ ਨੂੰ ਭੇਜਾਂਗੇ। ਧੰਨਵਾਦ ਜੀ। ਇਹ ਸਨ ਡਾਕਟਰ ਪਰਮਜੀਤ ਸਿੰਘ ਰਾਣੂ ਜੀ, ਜਿਨ੍ਹਾਂ ਨੇ ਬੜੇ ਵਿਸਥਾਰ 'ਚ ਗੱਲ ਕੀਤੀ ਆ, ਸਹਿਜਧਾਰੀ ਸਿੱਖਾਂ ਨੂੰ ਸਿੱਖ ਹੋਣ ਦਾ ਅਧਿਕਾਰ ਦੇਣ ਦੀ ਗੱਲ ਕੀਤੀ ਆ, ਔਰ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਆ। ਜੁੜੇ ਰਹੋ ਰੇਡੀਓ ਸਪਾਈਸ ਦੀਆਂ ਤਰੰਗਾਂ ਦੇ ਨਾਲ। ਮੈਂ ਕਰਮ ਸਿੱਖਾ, ਕੈਮਰਾਮੈਨ ਮਨਦੀਪ ਦੇ ਨਾਲ। ਧੰਨਵਾਦ।